ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਸਾਰੇ ਵੀਰ ਭੈਣਾਂ ਨੂੰ ਸਵਾਗਤ ਹੈ ਜੀ ਤੁਹਾਡਾ ਆਨਲਾਈਨ ਗੁਰਮਤਿ ਕਲਾਸ ਵਿੱਚ। ਜਿਵੇਂ ਕਿ ਆਪ ਸਾਰਿਆਂ ਨੂੰ ਪਤਾ ਹੀ ਹੈ, ਅਸੀਂ ਸਾਰੇ ਵੀਰ ਭੈਣਾਂ ਮਿਲ ਕੇ ਰਾਮਕਲੀ ਦੀ ਜੋ ਦੂਜੀ ਵਾਰ ਹੈ ਉਸ ਦੀ ਵਿਚਾਰ ਸਾਂਝੀ ਕਰਕੇ ਜੀਵਨ ਜੁਗਤ ਸਿੱਖਣ ਦਾ ਯਤਨ ਕਰ ਰਹੇ ਹਾਂ। ਕੱਲ ਤੱਕ ਅਸੀਂ 2 ਪੌੜੀਆਂ ਦੀ ਵਿਚਾਰ ਸਾਂਝੀ ਕਰ ਚੁੱਕੇ ਹਾਂ। ਅੱਜ ਅਸੀਂ ਤੀਜੀ ਪੌੜੀ ਦੀ ਵਿਚਾਰ ਆਰੰਭ ਕਰਾਂਗੇ ਤੇ ਇਸ ਪਾਵਨ ਪੌੜੀ ਦੇ ਨਾਲ ਜੋ ਪਹਿਲਾ ਸ਼ਲੋਕ ਹੈ ਸਾਹਿਬ ਸ੍ਰੀ ਗੁਰੂ ਅਰਜਨ ਪਾਤਸ਼ਾਹ ਜੀ ਦਾ ਉਚਾਰਨ ਕੀਤਾ ਹੋਇਆ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਗ 957 ਤੇ ਅੰਕਿਤ ਹੈ। ਸ਼ਲੋਕ ਮਹਿਲਾ ਪੰਜਵਾਂ। ਭੀੜੋਂ ਮੋਕਲਾਈ ਕੀਤੀਆਂ ਸਭ ਰੱਖੇ ਕੁਟੰਬੈ ਨਾਲ, ਕਾਰਜ ਆਪ ਸਵਾਰਿਆਂ ਸੋ ਪ੍ਰਭ ਸਦਾ ਸੰਭਾਲ। ਭੀੜ ਹੁੰਦਾ ਮਤਲਬ ਭੀੜ ਤੋਂ, ਇੱਥੇ ਭੀੜ ਦਾ ਮਤਲਬ ਹੈ ਮੁਸੀਬਤ। ਇੱਥੇ ਭੀੜ ਦਾ ਮਤਲਬ ਲੋਕਾਂ ਦਾ ਰਸ਼ ਨਹੀਂ ਹੈ, ਭੀੜ ਦਾ ਮਤਲਬ ਮੁਸੀਬਤ। ਮੋਕਲਾਈ ਦਾ ਮਤਲਬ ਖਲਾਸੀ। ਭੀੜ ਹੋ ਮੋਕਲਾਈ ਕੀਤੀਆਂ ਦਾ ਮਤਲਬ ਦੁੱਖਾਂ ਤੋਂ ਖਲਾਸੀ ਕਰ ਦੇਣੀ। ਸਭ ਰੱਖੇ ਕੁਟੰਬੇ ਨਾਲ, ਕੁਟੰਬੇ ਨਾਲ ਦਾ ਮਤਲਬ ਪਰਿਵਾਰ ਸਮੇਤ। ਤਾਂ ਗੁਰੂ ਜੀ ਕਹਿੰਦੇ ਹਨ ਕਿ ਜਿਹੜਾ ਪ੍ਰਭੂ ਤੈਨੂੰ ਦੁੱਖਾਂ ਤੋਂ ਖਲਾਸੀ ਦਿੰਦਾ ਹੈ, ਭੀੜੋਂ ਮੁਕਲਾਈ ਕੀਤੀਆਂ ਦਾ ਮਤਲਬ ਜਿਸ ਨੇ ਦੁੱਖਾਂ ਤੋਂ ਖਲਾਸੀ ਦਿੱਤੀ ਹੈ, ਜੋ ਦੁੱਖਾਂ ਤੋਂ ਮੁਸੀਬਤਾਂ ਤੋਂ ਬਚਾਉਂਦਾ ਹੈ। ਸਭ ਰੱਖੇ ਕੁਟੰਬੇ ਨਾਲ, ਔਰ ਤੇਰੀ ਕੁਟੰਬ ਸਮੇਤ, ਪਰਿਵਾਰ ਸਮੇਤ ਰਾਖੀ ਕਰਦਾ ਹੈ। ਹੁਣ ਇਹ ਗੱਲ ਸਮਝਣ ਵਾਲੀ ਹੈ ਕਿ ਪ੍ਰਭੂ ਕਿਵੇਂ ਰਾਖੀ ਕਰਦਾ ਹੈ ਕੁਟੰਬ ਸਮੇਤ, ਔਰ ਕਿਵੇਂ ਦੁੱਖਾਂ ਤੋਂ ਬਚਾਉਂਦਾ ਹੈ। ਸਭ ਤੋਂ ਪਹਿਲੀ ਗੱਲ ਹੈ ਕਿ ਸਾਡਾ ਪਰਿਵਾਰ ਕਿਹੜਾ ਹੈ। ਜਿੰਨੇ ਵੀ ਸਾਡੇ ਅਗਿਆਨ ਇੰਦਰੇ ਨੇ, ਇਹ ਸਾਡਾ ਪਰਿਵਾਰ ਹੈ। ਜਿਵੇਂ ਆਪਾਂ ਪਹਿਲਾਂ ਵੀ ਇੱਕ ਵਾਰ ਵਿਚਾਰ ਕੀਤੀ ਸੀ, ਦੀਨ ਦਿਆਲ ਭਰੋਸੇ ਤੇਰੇ ਸਭ ਪਰਿਵਾਰ ਚੜਾਇਆ ਬੇਟਾ। ਤਾਂ ਇਹ ਸਾਡੇ ਗਿਆਨ ਇੰਦਰੇ ਨੇ, ਇਹ ਵਿਕਾਰਾਂ ਦੇ ਅੰਦਰ ਖਚਤ ਹੋ ਕੇ ਮਰਦੇ ਨੇ, ਆਤਮਕ ਮੌਤੇ ਦੁਖੀ ਹੁੰਦੇ ਨੇ। ਔਰ ਇਹਨਾਂ ਗਿਆਨ ਇੰਦਰੀਆਂ ਦੇ ਨਾਲ ਸਾਡਾ ਮਨ ਜਿਹੜਾ ਹੈ ਉਹ ਵੀ ਵਿਕਾਰਾਂ ਦੇ ਅੰਦਰ ਨੈਗੇਟਿਵਿਟੀ ਕਰਕੇ ਦੁਖੀ ਹੁੰਦਾ ਹੈ। ਤਾਂ ਜਦੋਂ ਅਸੀਂ ਰੱਬ ਨੂੰ ਵਿਸਾਰਦੇ ਹਾਂ, ਰੱਬੀ ਗੁਣਾਂ ਨੂੰ ਵਿਸਾਰਦੇ ਹਾਂ, ਸਾਡੇ ਮਨ ਦੇ ਅੰਦਰ ਸਕਾਰਾਤਮਕ ਸੋਚ ਖਤਮ ਹੁੰਦੇ ਨੇ, ਨਕਾਰਾਤਮਕਤਾ ਆਉਂਦੀ ਹੈ, ਤਾਂ ਉਦੋਂ ਮਨੁੱਖ ਦਾ ਮਨ ਦੁਖੀ ਔਰ ਅਸ਼ਾਂਤ ਹੁੰਦਾ ਹੈ। ਪਰ ਜਦੋਂ ਬੰਦਾ ਪ੍ਰਭੂ ਦੇ ਗੁਣਾਂ ਦੇ ਨਾਲ ਜੁੜਦਾ ਹੈ ਤਾਂ ਉਦੋਂ ਇਹਦਾ ਮਨ ਸੁਖੀ ਔਰ ਸ਼ਾਂਤ ਹੁੰਦਾ ਹੈ। ਇਟ ਮੀਨਸ ਕਿ ਜੋ ਰੱਬੀ ਗੁਣ ਨੇ ਉਹ ਸਾਨੂੰ ਦੁੱਖਾਂ ਤੋਂ ਮੁਸੀਬਤਾਂ ਤੋਂ ਬਚਾਉਂਦੇ ਨੇ, ਤੇ ਜਿਹੜੇ ਵਿਕਾਰ ਨੇ ਉਹ ਸਾਨੂੰ ਦੁੱਖਾਂ ਮੁਸੀਬਤਾਂ ਵਿੱਚ ਪਾਉਂਦੇ ਨੇ। ਹੁਣ ਅਗਲੀ ਗੱਲ ਹੈ ਕੁਟੰਬ। ਕੁਟੰਬ ਦਾ ਮਤਲਬ ਸਾਡਾ ਸਾਰਾ ਪਰਿਵਾਰ ਜਿਹੜਾ ਹੈ, ਅੱਖਾਂ ਕੰਨ ਆਦਿਕ, ਇਹ ਵਿਕਾਰਾਂ ਕਰਕੇ ਦੁਖੀ ਹੁੰਦੇ ਨੇ, ਤੇ ਜਦੋਂ ਅਸੀਂ ਸ਼ੁਭ ਗੁਣਾਂ ਦੇ ਨਾਲ ਜੁੜਦੇ ਹਾਂ ਤਾਂ ਉਦੋਂ ਇਹ ਸੁਖੀ ਹੁੰਦੇ ਨੇ। ਜਿਵੇਂ ਜੇ ਅੱਖਾਂ ਨਾਲ ਅਸੀਂ ਪਰ ਤ੍ਰਿਏ ਪਰ ਧਨ ਰੂਪ ਨੂੰ ਕਾਮੁਕ ਔਰ ਲਲਚਾਈਆਂ ਨਜ਼ਰਾਂ ਦੇ ਨਾਲ ਦੇਖਾਂਗੇ ਤਾਂ ਇਹ ਅੱਖਾਂ ਸਾਡੇ ਵਾਸਤੇ ਔਰ ਆਪਣੇ ਵਾਸਤੇ ਮੁਸੀਬਤ ਖੜੀ ਕਰਨਗੀਆਂ। ਪਰ ਜਦੋਂ ਅਸੀਂ ਰੱਬ ਨੂੰ ਯਾਦ ਕਰਦੇ ਹਾਂ, ਰੱਬੀ ਯਾਦ ਵਿੱਚ ਜੁੜਦੇ ਹਾਂ, ਤਾਂ ਉਦੋਂ ਸਾਡੀਆਂ ਅੱਖਾਂ ਚਾਰ ਚੁਫੇਰੇ ਇੱਕ ਨੂਰ ਔਰ ਜ਼ਹੂਰ ਨੂੰ ਵੇਖਦੀਆਂ ਨੇ। ਇਸ ਤਰ੍ਹਾਂ ਪ੍ਰਭੂ ਸਾਨੂੰ ਵਿਕਾਰਾਂ ਤੋਂ ਬਚਾਉਂਦਾ ਹੈ। ਤਾਂ ਗੁਰੂ ਪਾਤਸ਼ਾਹ ਜੀ ਸਾਨੂੰ ਸਮਝਾ ਰਹੇ ਹਨ ਕਿ ਹੇ ਮਨ, ਜਿਹੜਾ ਪ੍ਰਭੂ ਤੈਨੂੰ ਦੁੱਖਾਂ ਔਰ ਤਕਲੀਫਾਂ ਤੋਂ ਖਲਾਸੀ ਦਿੰਦਾ ਹੈ ਔਰ ਤੇਰੇ ਸਾਰੇ ਪਰਿਵਾਰ ਦੀ ਗਿਆਨ ਇੰਦਰੀਆਂ ਦੀ ਰਾਖੀ ਕਰਦਾ ਹੈ, ਕਾਰਜ ਆਪ ਸਵਾਰਿਆਂ ਸੋ ਪ੍ਰਭ ਸਦਾ ਸੰਭਾਲ। ਸੰਭਾਲ ਦਾ ਮਤਲਬ ਯਾਦ ਕਰ, ਚੇਤੇ ਵਿੱਚ ਵਸਾ। ਸਵਾਰਿਆਂ ਦਾ ਮਤਲਬ ਸਵਾਰੇ ਨੇ। ਉਸ ਪ੍ਰਭੂ ਨੂੰ ਯਾਦ ਰੱਖ, ਯਾਦ ਕਰ, ਚੇਤੇ ਵਿੱਚ ਵਸਾ, ਜੋ ਤੇਰੇ ਸਾਰੇ ਕਾਰਜ ਸੰਵਾਰਦਾ ਹੈ। ਦੇਖੋ ਹੁਣ ਸਾਡੇ ਕਾਰਜ ਕਦੋਂ ਵਿਗੜਦੇ ਨੇ ਤੇ ਕਦੋਂ ਸੰਵਰਦੇ ਨੇ। ਜਦੋਂ ਅਸੀਂ ਕਿਸੇ ਚੀਜ਼ ਨੂੰ ਸਹੀ ਤਰੀਕੇ ਦੇ ਨਾਲ ਕੰਮ ਨੂੰ ਕਰਦੇ ਹਾਂ ਤਾਂ ਉਹ ਕਾਰਜ ਸੰਵਰ ਜਾਂਦਾ ਹੈ, ਸਿਸਟਮ ਦੇ ਅੰਦਰ ਕਰ ਰਹੇ ਹਾਂ। ਤੇ ਜਿਸ ਨੂੰ ਸਿਸਟਮ ਤੋਂ ਉਲਟ ਕਰਨ ਦਾ ਯਤਨ ਕਰਦੇ ਹਾਂ ਉਹ ਕੰਮ ਸਾਡਾ ਵਿਗੜ ਜਾਂਦਾ ਹੈ। ਜਿਸ ਕੰਮ ਨੂੰ ਅਸੀਂ ਸਹੀ ਢੰਗ ਨਾਲ ਕਰਦੇ ਹਾਂ ਉਹ ਕਾਰਜ ਸਾਡੀ ਜ਼ਿੰਦਗੀ ਅੰਦਰ ਸੁੱਖ ਦਿੰਦਾ ਹੈ, ਤੇ ਜਿਸ ਕਾਰਜ ਨੂੰ ਗਲਤ ਢੰਗ ਨਾਲ ਕੀਤਾ ਜਾਏ ਉਹਦੇ ਕਰਕੇ ਅਸੀਂ ਦੁਖੀ ਹੁੰਦੇ ਹਾਂ। ਤਾਂ ਜਦੋਂ ਅਸੀਂ ਰੱਬ ਨੂੰ ਯਾਦ ਕਰਦੇ ਹਾਂ, ਮੀਨਸ ਸਾਡੇ ਹਿਰਦੇ ਦੇ ਅੰਦਰ ਸੋਚ ਅੰਦਰ ਰੱਬੀ ਗੁਣ ਹੁੰਦੇ ਨੇ, ਸੱਚ ਹੁੰਦਾ ਹੈ,
ਜਦੋਂ ਅਸੀਂ ਕੋਈ ਵੀ ਕਾਰਜ ਰੱਬੀ ਹੁਕਮ ਵਿੱਚ ਕਰਦੇ ਹਾਂ, ਸਾਡੇ ਕਿਸੇ ਵੀ ਕਾਰਜ ਦਾ ਬੇਸ ਸੱਚ ਔਰ ਸ਼ੁਭ ਗੁਣ ਹੁੰਦੇ ਨੇ, ਤਾਂ ਉਹ ਕਾਰਜ ਸਾਡਾ ਸਮਰ ਜਾਂਦਾ ਹੈ। ਮਤਲਬ ਉਹਦੇ ਚੋਂ ਸਾਡੀ ਜ਼ਿੰਦਗੀ ਵਿੱਚ ਖੁਸ਼ੀ ਪੈਦਾ ਹੁੰਦੀ ਹੈ। ਤਾਂ ਗੁਰੂ ਜੀ ਕਹਿੰਦੇ ਨੇ ਉਸ ਪ੍ਰਭੂ ਨੂੰ ਹਮੇਸ਼ਾ ਯਾਦ ਰੱਖ, ਰੱਬੀ ਹੁਕਮ ਨੂੰ ਯਾਦ ਵਿੱਚ ਵਸਾ, ਰੱਬੀ ਹੁਕਮ ਦੇ ਅੰਦਰ ਜ਼ਿੰਦਗੀ ਜੀ, ਜਿਸ ਕਰਕੇ ਤੇਰੇ ਸਾਰੇ ਕਾਰਜ ਸਿਰੇ ਚੜਨ, ਭਾਵ ਤੇਰੇ ਜੀਵਨ ਵਿੱਚ ਖੁਸ਼ੀ ਪੈਦਾ ਹੋਵੇ। ਪ੍ਰਭ ਮਾਤ ਪਿਤਾ ਕੰਠ ਲਾਏਂਦਾ, ਲੋਹੜੇ ਬਾਲਕ ਪਾਲ। ਲੋਹੜੇ ਦਾ ਮਤਲਬ ਹੁੰਦਾ ਹੈ ਛੋਟੇ ਅਣਾਣੇ, ਪਾਲ ਦਾ ਮਤਲਬ ਪਾਲ ਕੇ, ਮਾਤ ਪਿਤਾ ਦਾ ਮਤਲਬ ਮਾਂ-ਬਾਪ। ਜਿਵੇਂ ਮਾਂ-ਬਾਪ ਆਪਣੇ ਛੋਟੇ-ਛੋਟੇ ਬੱਚਿਆਂ ਨੂੰ ਗਲੇ ਨਾਲ ਲਾ ਕੇ ਪਾਲਦੇ ਨੇ ਨਾ, ਨਿੱਕੇ-ਨਿੱਕੇ ਨਿਆਣਿਆਂ ਨੂੰ ਕਿੰਨੇ ਪਿਆਰ ਦੇ ਨਾਲ ਮਾਂ-ਬਾਪ ਪਾਲਦੇ ਨੇ। ਤਾਂ ਗੁਰੂ ਜੀ ਕਹਿੰਦੇ ਹਨ ਜਿਵੇਂ ਮਾਂ-ਬਾਪ ਆਪਣੇ ਛੋਟੇ-ਛੋਟੇ ਬੱਚਿਆਂ ਨੂੰ ਗਲੇ ਨਾਲ ਲਾ ਕੇ ਪਾਲਦਾ ਹੈ, ਉਹਨਾਂ ਦੀ ਸਰੀਰਕ ਉਹਨਾਂ ਨੂੰ ਖੁਰਾਕ ਦਿੰਦਾ ਹੈ, ਸੰਭਾਲ ਕਰਦਾ ਹੈ, ਐਵੇਂ ਜੋ ਪ੍ਰਭੂ ਦੇ ਗਲੇ ਲੱਗਦੇ ਨੇ, ਪ੍ਰਭੂ ਦੇ ਚਰਨਾਂ ਦੀ ਸ਼ਰਨ ਵਿੱਚ ਆਉਂਦੇ ਨੇ, ਪ੍ਰਭੂ ਵੀ ਆਪਣੇ ਉਹਨਾਂ ਬੱਚਿਆਂ ਨੂੰ ਐਵੇਂ ਹੀ ਪਾਲਦਾ ਹੈ। ਹੁਣ ਰੱਬ ਦੇ ਗਲ ਲੱਗਣ ਦਾ ਮਤਲਬ ਕੀ ਹੈ? ਰੱਬ ਸਾਡੀ ਕਿਵੇਂ ਪਾਲਣਾ ਕਰਦਾ ਹੈ? ਰੱਬ ਦੇ ਗਲ ਲੱਗਣ ਦਾ ਮਤਲਬ ਹੈ ਰੱਬੀ ਗੁਣਾਂ ਦੇ ਨਾਲ ਜੁੜਨਾ। ਆਪਣੀ ਸੁਰਤ ਨੂੰ, ਆਪਣੀ ਸੋਚ ਨੂੰ ਜੋ ਪ੍ਰਭੂ ਦੇ ਗੁਣਾਂ ਦੇ ਨਾਲ ਜੋੜਦਾ ਹੈ, ਉਹ ਰੱਬੀ ਜੋ ਗੁਣ ਨੇ ਉਸ ਸੋਚ ਦੀ ਪਾਲਣਾ ਕਰਦੇ ਨੇ, ਉਸ ਇਨਸਾਨ ਦੀ ਪਾਲਣਾ ਕਰਦੇ ਨੇ, ਉਹਨੂੰ ਦੁਖੀ ਨਹੀਂ ਹੋਣ ਦਿੰਦੇ। ਉਹ ਬੰਦਾ ਕਦੇ ਆਤਮਿਕ ਮੌਤੇ ਨਹੀਂ ਮਰਦਾ। ਉਸ ਬੰਦੇ ਦਾ ਆਤਮਿਕ ਜੀਵਨ ਪ੍ਰਫੁੱਲਤ ਹੁੰਦਾ ਹੈ, ਫੁੱਲਦਾ ਹੈ, ਫਲਦਾ ਹੈ, ਉਹਦੇ ਅੰਦਰ ਖੁਸ਼ੀਆਂ ਖੇੜੇ ਆਨੰਦ ਪੈਦਾ ਹੁੰਦੇ ਨੇ। ਤਾਂ ਇਸ ਤਰ੍ਹਾਂ ਪ੍ਰਭੂ ਵੀ ਆਪਣੇ ਬੱਚਿਆਂ ਦਾ, ਆਪਣੇ ਸ਼ਰਨ ਆਇਆਂ ਦਾ ਆਤਮਿਕ ਜੀਵਨ ਦੀ ਪਾਲਣਾ ਕਰਦਾ ਹੈ। ਦਇਆਲ ਹੋਏ ਸਭ ਜੀ ਜੰਤਰ, ਹਰ ਨਾਨਕ ਨਦਰ ਨਿਹਾਲ। ਜੀ ਜੰਤਰ ਦਾ ਮਤਲਬ ਜੀਵ ਜੰਤ, ਜਿੰਨੇ ਵੀ ਮਨੁੱਖ ਮਾਤਰ ਨੇ। ਦਇਆਲ ਹੋਏ ਦਾ ਮਤਲਬ ਖੁਸ਼ ਹੁੰਦੇ ਨੇ, ਸਿਫਤ ਕਰਦੇ ਨੇ, ਪਿਆਰ ਦਿੰਦੇ ਨੇ। ਦਇਆਲ ਹੋਏ ਸਭ ਜੀ ਜੰਤਰ, ਹਰ ਨਾਨਕ ਨਦਰ ਨਿਹਾਲ। ਨਦਰ ਨਿਹਾਲ ਦਾ ਮਤਲਬ ਜਦੋਂ ਪ੍ਰਭੂ ਮਿਹਰ ਦੀ ਨਜ਼ਰ ਦੇ ਨਾਲ ਤੱਕਦਾ ਹੈ। ਨਿਹਾਲ ਦਾ ਮਤਲਬ ਤੱਕਦਾ ਹੈ, ਯਾਨੀ ਜਿਸ ਤੇ ਰੱਬੀ ਰਹਿਮਤ ਹੁੰਦੀ ਹੈ। ਮੀਨਸ ਜੋ ਰੱਬੀ ਰਹਿਮਤ ਦਾ ਪਾਤਰ ਬਣਦਾ ਹੈ, ਜੋ ਪ੍ਰਭੂ ਦੇ ਗਲੇ ਲੱਗਦਾ ਹੈ, ਜਿਹਦੇ ਆਤਮਿਕ ਜੀਵਨ ਦੀ ਪਾਲਣਾ ਹੁੰਦੀ ਹੈ, ਜਿਸ ਨੇ ਪਿਛਲਾ ਬਿਆਨ ਕੀਤਾ ਜੀਵਨ ਜੀਵਿਆ ਹੈ। ਤਾਂ ਜਦੋਂ ਪ੍ਰਭੂ ਦੀ ਰਹਿਮਤ ਦੀ ਨਦਰ ਹੁੰਦੀ ਹੈ, ਨਦਰ ਦਾ ਪਾਤਰ ਬੰਦਾ ਬਣਦਾ ਹੈ, ਦਇਆਲ ਹੋਏ ਸਭ ਜੀ ਜੰਤਰ, ਉਹਦੇ ਤੇ ਸਾਰੇ ਹੀ ਜੀ ਦਇਆਵਾਨ ਹੋ ਜਾਂਦੇ ਨੇ। ਦਇਆਵਾਨ ਹੋਣ ਦਾ ਮਤਲਬ ਖੁਸ਼ ਹੁੰਦੇ ਨੇ, ਉਹਦੇ ਤੇ ਸਾਰੇ ਪ੍ਰਸੰਨ ਹੁੰਦੇ ਨੇ, ਉਹਦਾ ਸਾਰੇ ਆਦਰ ਕਰਦੇ ਨੇ। ਉਹ ਇਨਸਾਨ ਹਰ ਥਾਂ ਤੇ ਪ੍ਰਵਾਨ ਹੁੰਦਾ ਹੈ। ਪੰਜ ਪ੍ਰਵਾਨ, ਪੰਜ ਪ੍ਰਧਾਨ, ਪੰਚੇ ਪਾਵੇਂ ਦਰਗਾਹ ਮਾਨ, ਪੰਚੇ ਸੋਹੈ ਦਰ ਰਾਜਾਨ। ਜਿੱਥੇ ਜਾਈਏ ਜਗਤ ਮੈਂ ਤਿੱਥੇ ਹਰ ਸਾਈਂ, ਜਾਂ ਸੱਚੇ ਮਾਰਗ ਚੱਲਦਿਆਂ ਉਸਤਤ ਕਰੇ ਜਹਾਨ। ਸਾਰਾ ਜਹਾਨ ਹੀ ਫਿਰ ਉਹਦੀ ਉਸਤਤ ਕਰਦਾ ਹੈ, ਉਹਦੇ ਤੇ ਖੁਸ਼ ਹੁੰਦਾ ਹੈ, ਜਿਹਦੇ ਤੇ ਰੱਬ ਰਹਿਮਤ ਕਰਦਾ ਹੈ, ਜੋ ਰੱਬ ਦੀ ਰਹਿਮਤ ਦਾ ਪਾਤਰ ਬਣਦਾ ਹੈ। ਮਹਿਲਾ ਪੰਜਵਾਂ। ਵਿਣ ਤੁਧ ਹੋਰ ਜੇ ਮੰਗਣਾ, ਸਿਰ ਦੁਖਾਂ ਕੈ ਦੁੱਖ। ਸਿਰ ਦੁਖਾਂ ਕੈ ਦੁੱਖ, ਸਿਰ ਦੁਖਾਂ ਕੇ ਦੁੱਖ ਦਾ ਮਤਲਬ ਵੱਡੇ ਤੋਂ ਵੱਡਾ ਦੁੱਖ, ਦੁੱਖਾਂ ਦਾ ਸਭ ਤੋਂ ਵੱਡਾ ਦੁੱਖ। ਜੇ ਦਾ ਮਤਲਬ ਜੋ ਕੁਛ, ਸਿਰ ਦੁਖਾਂ ਕੇ ਦੁੱਖ ਦਾ ਮਤਲਬ ਵੱਡੇ ਤੋਂ ਵੱਡਾ ਦੁੱਖ। ਵਿਣ ਤੁਧ ਹੋਰ ਜੇ ਮੰਗਣਾ, ਕਿ हे ਪ੍ਰਭੂ ਤੇਰੇ ਹੁਕਮ ਤੋਂ ਬਿਨਾ, ਤੇਰੇ ਹੁਕਮ ਤੇ ਤੇਰੇ ਗੁਣਾਂ ਤੋਂ ਬਿਨਾ ਜੋ ਹੋਰ ਕੁਛ ਵੀ ਮੰਗਣਾ ਹੈ, ਅਪਣਾਉਣਾ ਹੈ। ਸਿਰ ਦੁਖਾਂ ਕੇ ਦੁੱਖ ਦਾ ਮਤਲਬ ਮਹਾਨ ਵੱਡੇ ਦੁੱਖ ਸਹੇੜਨਾ ਹੈ। ਰੱਬੀ ਗੁਣਾਂ ਤੋਂ ਬਿਨਾ ਜੇ ਕੋਈ ਬੰਦਾ ਹੋਰ ਕੁਛ ਮੰਗਦਾ ਹੈ, ਰੱਬੀ ਗੁਣਾਂ ਤੋਂ ਬਿਨਾ ਜੇ ਕੋਈ ਹੋਰ ਚੀਜ਼ ਪ੍ਰਵਾਨ ਕਰਦਾ ਹੈ, ਇੰਪਲੀਮੈਂਟ ਕਰਦਾ ਹੈ, ਤਾਂ ਉਹ ਵੱਡੇ ਤੋਂ ਵੱਡਾ ਦੁੱਖ ਸਹੇੜ ਰਿਹਾ ਹੈ। ਹੁਣ ਦੇਖੋ ਅਸੀਂ ਕੰਮ ਤਾਂ ਕਰ ਰਹੇ ਹਾਂ ਸਾਰੇ, ਕੋਈ ਦੁਕਾਨ ਕਰ ਰਿਹਾ ਹੈ, ਖੇਤੀ ਕਰ ਰਿਹਾ ਹੈ, ਵਪਾਰ ਕਰ ਰਿਹਾ ਹੈ, ਜੌਬ ਕਰ ਰਿਹਾ ਹੈ, ਲੇਕਿਨ ਇਹ ਸਾਰੇ ਕਾਰਜ ਕਰਦਿਆਂ ਕੁਝ ਲੋਕ ਐਸੇ ਨੇ ਜਿਨ੍ਹਾਂ ਨੇ ਆਪਣੀ ਜ਼ਿੰਦਗੀ ਦਾ ਬੇਸ, ਆਪਣੀ ਸੋਚ ਦਾ ਬੇਸ ਰੱਬੀ ਗੁਣਾਂ ਨੂੰ ਬਣਾਇਆ ਹੈ, ਸੱਚ ਨੂੰ, ਇਮਾਨਦਾਰੀ ਨੂੰ ਬਣਾਇਆ। ਉਹ ਲੋਕ ਆਪ ਵੀ ਖੁਸ਼ ਨੇ ਤੇ ਉਹ ਦੂਜਿਆਂ ਵਿੱਚ ਵੀ ਖੁਸ਼ੀ ਵੰਡਦੇ ਨੇ, ਕਿਉਂਕਿ ਐਸੇ ਲੋਕ 2 ਨੰਬਰ ਦਾ ਧੰਦਾ ਨਹੀਂ ਕਰਨਗੇ।
ਕੁਝ ਲੋਕ ਉਹ ਨੇ ਜਿਨ੍ਹਾਂ ਨੇ ਜੀਵਨ ਸ਼ੈਲੀ ਐਸ਼ ਢੰਗ ਦੀ ਬਣਾਈ ਹੈ ਕਿ ਉਸ ਦਾ ਬੇਸ ਝੂਠ, ਫਰੇਬ ਔਰ ਲਾਲਚ ਹੈ। ਤਾਂ ਜਿਹੜੇ ਝੂਠ, ਫਰੇਬ ਔਰ ਲਾਲਚ ਨੂੰ ਬੇਸ ਬਣਾ ਕੇ ਜ਼ਿੰਦਗੀ ਜੀਂਦੇ ਹਨ, ਉਹ ਆਪ ਵੀ ਪਰੇਸ਼ਾਨ ਨੇ ਅੰਦਰੇ ਅੰਦਰ, ਤੇ ਉਹ ਸੰਸਾਰ ਦੇ ਅੰਦਰ ਵੀ ਪਰੇਸ਼ਾਨੀਆਂ ਫੈਲਾਉਂਦੇ ਨੇ। 2 ਨੰਬਰ ਦੇ ਧੰਦੇ, ਚੋਰ ਬਾਜ਼ਾਰ, ਜੋ ਕੁਝ ਵੀ ਤੁਸੀਂ ਚੰਗੀ ਤਰ੍ਹਾਂ ਸਮਝਦੇ ਹੋ। ਤਾਂ ਇਸ ਲਈ ਗੁਰੂ ਜੀ ਕਹਿੰਦੇ ਨੇ, हे ਪ੍ਰਭੂ, ਤੇਰੇ ਗੁਣਾ ਤੋਂ ਇਲਾਵਾ ਜੋ ਹੋਰ ਮੰਗਣਾ ਹੈ, ਮੰਗਾਂ ਨੇ, ਉਹ ਸਾਰੇ ਵੱਡੇ ਤੋਂ ਵੱਡੇ ਦੁੱਖ ਸਹਿੜਨ ਦੇ ਬਰਾਬਰ ਹੈ। ਤਾਂ ਜੇ ਅਸੀਂ ਚਾਹੁੰਦੇ ਹਾਂ ਕਿ ਸਾਡੀ ਜ਼ਿੰਦਗੀ ਦੇ ਅੰਦਰ ਸੁਖ ਸ਼ਾਂਤੀ ਆਵੇ, ਤਾਂ ਰੱਬੀ ਗੁਣਾਂ ਨੂੰ ਬੇਸ ਬਣਾਉਣਾ ਚਾਹੀਦਾ ਹੈ, ਰੱਬੀ ਗੁਣਾਂ ਨੂੰ ਇੰਪਲੀਮੈਂਟ ਕਰਨਾ ਚਾਹੀਦਾ ਹੈ। ਜੇ ਨਹੀਂ ਕਰਾਂਗੇ ਤਾਂ ਜੀਵਨ ਦੇ ਅੰਦਰ ਵੱਡੇ ਤੋਂ ਵੱਡੇ ਦੁੱਖ ਆਉਣਗੇ। ਦੁੱਖਾਂ ਦਾ ਕਾਰਨ ਹੀ ਔਗਣ ਨੇ। ਦੇਹ ਨਾਮ ਸੰਤੋਖਿਆ, ਉਤਰੇ ਮਨ ਕੀ ਭੁੱਖ। ਸੰਤੋਖਿਆ ਦਾ ਮਤਲਬ ਮੈਨੂੰ ਸੰਤੋਖ ਆ ਜਾਏ, ਭੁੱਖ ਦਾ ਮਤਲਬ ਤ੍ਰਿਸ਼ਨਾ, ਤੇ ਨਾਮ ਦਾ ਮਤਲਬ ਹੈ ਹੁਕਮ ਦੀ ਸੂਝ, ਰੱਬੀ ਗੁਣ ਜਾਂ ਰੱਬ ਦਾ ਹੁਕਮ। ਇਹ ਮਾਲਕ, ਮੈਨੂੰ ਆਪਣੇ ਹੁਕਮ ਦੀ ਸੂਝ ਬਖਸ਼, ਮੈਂ ਤੇਰੇ ਹੁਕਮ ਵਿੱਚ ਤੁਰ ਸਕਾਂ। ਮੈਨੂੰ ਸੰਤੋਖ ਬਖਸ਼, ਜਿਸ ਕਰਕੇ ਮੇਰੇ ਮਨ ਦੀ ਜਿਹੜੀ ਤ੍ਰਿਸ਼ਨਾ ਹੈ ਉਹ ਉਤਰ ਜਾਏ। ਮੈਂ ਤੇਰੇ ਤੋਂ ਸ਼ੁਭ ਗੁਣਾਂ ਦੀ ਮੰਗ ਮੰਗਦਾ, ਮੈਨੂੰ ਰਜਾ ਦੇ ਅੰਦਰ ਤੁਰਨ ਵਾਲਾ ਜੀਵਨ ਬਖਸ਼, ਔਰ ਮੈਨੂੰ ਸੰਤੋਖ ਦੀ ਦਾਤ ਦੇ, ਜਿਸ ਕਰਕੇ ਮੇਰੇ ਮਨ ਦੀ ਤ੍ਰਿਸ਼ਨਾ ਉਤਰ ਜਾਏ। ਤੇ ਯਾਦ ਰੱਖਣਾ, ਜੋ ਇਨਸਾਨ ਰੱਬੀ ਹੁਕਮ ਵਿੱਚ ਤੁਰੇਗਾ, ਜਿਸ ਮਨੁੱਖ ਦੀ ਜ਼ਿੰਦਗੀ ਦੇ ਅੰਦਰ ਸੰਤੋਖ ਹੋਏਗਾ, ਜਿਸ ਮਨੁੱਖ ਦੀ ਜ਼ਿੰਦਗੀ ਵਿੱਚ ਤ੍ਰਿਸ਼ਨਾ ਨਹੀਂ ਹੋਏਗੀ, ਉਹ ਮਨੁੱਖ ਸੰਸਾਰ ਦਾ ਪਰਮ ਸ਼ਾਂਤ ਔਰ ਪਰਮ ਸੁਖੀ ਮਨੁੱਖ ਹੋਏਗਾ। ਔਰ ਐਸੀ ਜ਼ਿੰਦਗੀ ਹਰ ਇਨਸਾਨ ਜੀ ਸਕਦਾ ਹੈ। ਐਸੀ ਜ਼ਿੰਦਗੀ ਜੀਣੀ ਹਰ ਇਨਸਾਨ ਦਾ ਹੱਕ ਵੀ ਹੈ ਔਰ ਫਰਜ਼ ਵੀ ਹੈ। ਇਸ ਲਈ ਗੁਰਦੇਵ ਪਾਤਸ਼ਾਹ ਸਾਨੂੰ ਸਮਝਾ ਰਹੇ ਨੇ ਕਿ ਰੱਬ ਦੇ ਗੁਣਾਂ ਨੂੰ, ਰੱਬੀ ਹੁਕਮ ਨੂੰ, ਸੰਤੋਖ ਨੂੰ ਆਪਣੀ ਜ਼ਿੰਦਗੀ ਦਾ ਬੇਸ ਬਣਾਓ ਔਰ ਤ੍ਰਿਸ਼ਨਾ ਆਦਿਕ ਨੂੰ ਮੁਕਾਓ। हे ਪ੍ਰਭੂ, ਮੈਨੂੰ ਸ਼ੁਭ ਗੁਣਾਂ ਦੀ ਦਾਤ ਦੇ, ਸੰਤੋਖ ਦੇ, ਜਿਸ ਕਰਕੇ ਮੇਰੀ ਜ਼ਿੰਦਗੀ ਚੋਂ ਤ੍ਰਿਸ਼ਨਾ ਮੁੱਕ ਜਾਏ। ਗੁਰ ਵਣ ਤਿਨ ਹਰਿਆ ਕੀਤਿਆ, ਨਾਨਕ ਕਿਆ ਮਨੁੱਖ। ਇੱਥੇ ਗੁਰ ਦਾ ਮਤਲਬ ਹੈ ਵੱਡਾ ਰੱਬ। ਗੁਰ ਜਿਹੜਾ ਹੈ ਨਾ, ਵੱਡੇ ਵਾਸਤੇ ਵੀ ਸ਼ਬਦ ਵਰਤਿਆ ਹੈ। ਗੁਰ ਦਾ ਮਤਲਬ ਵੱਡਾ, ਮਹਾਨ ਵੀ ਹੁੰਦਾ ਹੈ। ਤਾਂ ਉਸ ਮਹਾਨ ਪ੍ਰਭੂ ਨੇ ਵਣ ਤਿਨ ਹਰਿਆ ਕੀਤਿਆ, ਵਣ ਤਿਨ ਜੰਗਲ ਆਦਿਕ ਵਨਸਪਤੀ ਨੂੰ ਹਰਿਆ ਭਰਿਆ ਕੀਤਾ ਹੈ। ਵਣ ਤਿਨ ਦਾ ਮਤਲਬ ਸਾਰੇ ਸੰਸਾਰ ਨੂੰ ਹਰਿਆ ਭਰਿਆ ਕੀਤਾ ਹੈ। ਨਾਨਕ ਕਿਆ ਮਨੁੱਖ, ਉਹਦੇ ਵਾਸਤੇ ਮਨੁੱਖ ਨੂੰ ਖੁਸ਼ ਕਰਨਾ ਕੀ ਗੱਲ ਹੈ, ਕੋਈ ਵੱਡੀ ਗੱਲ ਹੈ। ਜਿਸ ਪ੍ਰਭੂ ਨੇ ਸਾਰੇ ਸੰਸਾਰ ਨੂੰ ਹਰਿਆ ਭਰਿਆ ਕੀਤਾ ਹੈ, ਜੀਵਨ ਬਖਸ਼ ਰਿਹਾ ਹੈ, ਉਹਦੇ ਵਾਸਤੇ ਬੰਦੇ ਨੂੰ ਖੁਸ਼ ਕਰਨਾ ਕੋਈ ਵੱਡੀ ਗੱਲ ਨਹੀਂ ਹੈ, ਮਾਮੂਲੀ ਜੀ ਚੀਜ਼ ਹੈ। ਜਿਸ ਪ੍ਰਭੂ ਨੇ ਜੰਗਲਾਂ ਦਾ ਸੁੱਕਾ ਘਾਹ, ਵਣ ਤ੍ਰਿਣ, ਪੂਰੇ ਸੰਸਾਰ ਨੂੰ ਹਰਾ ਭਰਾ ਕੀਤਾ ਹੈ, ਮਨੁੱਖਾਂ ਨੂੰ ਹਰਾ ਕਰਨਾ ਉਹਦੇ ਵਾਸਤੇ ਕੋਈ ਵੱਡੀ ਗੱਲ ਨਹੀਂ ਹੈ। ਮਤਲਬ ਕਿ ਰੱਬੀ ਗੁਣਾਂ ਦੇ ਧਾਰਨੀ ਹੋਣ ਦੇ ਨਾਲ ਮਨੁੱਖ ਦਾ ਖੁਸ਼ ਔਰ ਪ੍ਰਸੰਨ ਹੋ ਜਾਣਾ ਇਹ ਕੋਈ ਵੱਡੀ ਗੱਲ ਨਹੀਂ, ਮਾਮੂਲੀ ਜੀ ਗੱਲ ਹੈ, ਬੜੀ ਸੌਖੀ ਜੀ ਗੱਲ ਹੈ। ਰੱਬ ਦੇ ਘਰ ਵਿੱਚ ਇਹ ਚੀਜ਼ ਕੋਈ ਔਖੀ ਨਹੀਂ ਹੈ। ਲੇਕਿਨ ਡਿਪੈਂਡ ਕਰੇਗਾ ਮਨੁੱਖ ਤੇ ਕਿ ਹੁਣ ਮਨੁੱਖ ਚਾਹੁੰਦਾ ਕੀ ਹੈ। ਕੀ ਇਹ ਹਰਾ ਭਰਾ ਹੋਣਾ ਵੀ ਚਾਹੁੰਦਾ ਹੈ ਕਿ ਹਰਾ ਭਰਾ ਹੋ ਸਕਦਾ ਹੈ? ਨਾਨਕ ਨਾਮ ਮਿਲੇ ਤਾਂ ਜੀਵਾਂ ਤਨ ਮਨ ਥੀਵੇ ਹਰਿਆ। ਹਰਾ ਭਰਾ ਹੋ ਸਕਦਾ ਹੈ, ਮਤਲਬ ਇਹਦੇ ਜੀਵਨ ਵਿੱਚ ਬਸੰਤ ਬਹਾਰ ਆ ਸਕਦੀ ਹੈ, ਖੁਸ਼ੀਆਂ, ਖੇੜੇ, ਆਨੰਦ, ਪ੍ਰਸੰਨਤਾ ਆ ਸਕਦੀ ਹੈ, ਜੇ ਇਹ ਰੱਬੀ ਰਜ਼ਾ ਮੁਤਾਬਕ ਜ਼ਿੰਦਗੀ ਜੀਵੇ, ਗੁਰੂ ਦੇ ਦੱਸੇ ਰਾਹਾਂ ਤੇ ਤੁਰੇ। ਤੇ ਦੂਜਾ ਇਸ ਦਾ ਮੀਨਿੰਗ ਜੇ ਹੈ ਵਿਦਵਾਨ ਪੁਰਸ਼ਾਂ ਨੇ ਕੀਤਾ ਹੈ ਕਿ ਜਿਸ ਗੁਰੂ ਨੇ ਜੰਗਲ ਤੇ ਜੰਗਲ ਦਾ ਸੁੱਕਾ ਘਾਹ ਹਰਾ ਕਰ ਦਿੱਤਾ ਹੈ, ਮਨੁੱਖਾਂ ਨੂੰ ਹਰਾ ਕਰਨਾ ਉਹਦੇ ਵਾਸਤੇ ਕੋਈ ਵੱਡੀ ਗੱਲ ਨਹੀਂ ਹੈ। ਤਾਂ ਗੁਰ ਪਰਮੇਸ਼ਰ ਏਕੋ ਜਾਨ, ਗੱਲ ਤਾਂ ਰੱਬੀ ਗੁਣਾਂ ਦੀ ਹੈ। ਜੋ ਵੀ ਗੁਰੂ ਦੇ ਦੱਸੇ ਰਾਹ ਤੇ ਚੱਲੇਗਾ ਉਹ ਰੱਬੀ ਗੁਣਾਂ ਦੇ ਨਾਲ ਜੁੜੇਗਾ, ਔਰ ਜੋ ਰੱਬੀ ਗੁਣਾਂ ਦੇ ਨਾਲ ਜੁੜੇਗਾ ਉਹ ਇਨਸਾਨ ਦਾ ਜੀਵਨ ਖੁਸ਼ੀਆਂ ਖੇੜਿਆਂ ਭਰਿਆ ਹੋ ਜਾਏਗਾ। ਪੌੜੀ, ਸੋ ਐਸਾ ਦਾਤਾਰ ਮਨਹੁ ਨਾ ਵਿਸਰੈ। ਜਿਹੜਾ ਐਸੀਆਂ ਦਾਤਾਂ ਦੇਣ ਵਾਲਾ ਪ੍ਰਭੂ ਹੈ, ਉਹ ਕਦੇ ਵੀ ਮਨ ਤੋਂ ਭੁੱਲਣਾ ਨਹੀਂ ਚਾਹੀਦਾ। ਜੋ ਦਾਤਾਂ ਦੇਣ ਵਾਲਾ ਪ੍ਰਭੂ ਹੈ
ਉਹ ਮਨ ਤੋਂ ਭੁੱਲਣਾ ਨਹੀਂ ਚਾਹੀਦਾ। ਯਾਨੀ ਉਹਦੇ ਗੁਣ ਜਿਹੜੇ ਨੇ, ਰੱਬੀ ਗੁਣ, ਉਹ ਹਮੇਸ਼ਾ ਸਾਡੇ ਮਨ ਵਿੱਚ ਹੋਣੇ ਚਾਹੀਦੇ ਨੇ। ਇੱਕ ਪਲ ਵਾਸਤੇ ਵੀ ਨਹੀਂ ਭੁੱਲਣੇ ਚਾਹੀਦੇ। ਇੱਕ ਪਲ ਵਾਸਤੇ ਵੀ ਸਾਡੇ ਮਨ ਵਿੱਚ ਨੈਗੇਟਿਵ ਸੋਚ ਨਹੀਂ ਆਉਣੇ ਚਾਹੀਦੇ, ਨਕਾਰਾਤਮਕ ਸੋਚ ਨਹੀਂ ਆਉਣੀ ਚਾਹੀਦੀ। ਇੱਕ ਪਲ ਵਾਸਤੇ ਸਾਨੂੰ ਔਗਣਾਂ ਬਾਰੇ ਸੋਚਣਾ ਵੀ ਨਹੀਂ ਚਾਹੀਦਾ, ਮਨ ਵਿੱਚ ਵਿਚਾਰ ਵੀ ਨਹੀਂ ਆਉਣੇ ਚਾਹੀਦੇ। ਹਮੇਸ਼ਾ ਰੱਬੀ ਗੁਣਾਂ ਦੇ ਵਿਚਾਰ, ਹਮੇਸ਼ਾ ਰੱਬੀ ਰਜਾ ਵਿੱਚ ਤੁਰਨ ਦੇ ਵਿਚਾਰ ਮਨੁੱਖੀ ਮਨ ਵਿੱਚ ਆਉਣੇ ਚਾਹੀਦੇ ਨੇ। ਉਹ ਸਾਨੂੰ ਕਦੇ ਵੀ ਭੁੱਲਣੇ ਨਹੀਂ ਚਾਹੀਦੇ। ਘੜੀ ਨਾ ਮੋਹਤ ਚਸਾ, ਇਸ ਬਿਨ ਨਾ ਸਰੈ। ਮੋਹਤ 2 ਘੜੀਆਂ ਨੂੰ ਕਹਿੰਦੇ ਨੇ, ਯਾਨੀ 48 ਮਿੰਟਾਂ ਜਿੰਨਾ ਸਮਾਂ। ਮੋਹਤ ਦਾ ਮਤਲਬ 2 ਘੜੀਆਂ, ਘੜੀ ਦਾ ਮਤਲਬ 24 ਮਿੰਟ, ਚਸਾ ਦਾ ਮਤਲਬ ਪਲ ਦਾ 30ਵਾਂ ਹਿੱਸਾ, ਪਲ ਦਾ 30ਵਾਂ ਹਿੱਸਾ। ਨਾ ਸਰੇ ਦਾ ਮਤਲਬ ਨਹੀਂ ਨਿਭਦੀ। ਘੜੀ ਨਾ ਮੋਹਤ ਚਸਾ, ਤਿਸ ਬਿਨ ਨਾ ਸਰੇ, ਯਾਨੀ ਘੜੀ, 2 ਘੜੀ, ਪਲ, ਥੋੜਾ ਜਿਹਾ ਸਮਾਂ ਵੀ ਰੱਬ ਤੋਂ ਬਿਨਾ ਚੰਗਾ ਨਹੀਂ ਗੁਜ਼ਰਦਾ, ਸੌਖਾ ਨਹੀਂ ਗੁਜ਼ਰਦਾ। ਜੇ ਰੱਬੀ ਗੁਣਾਂ ਨੂੰ ਭੁਲਾਇਆ ਜਾਏ ਤਾਂ ਜਿਸ ਪਲ ਰੱਬੀ ਗੁਣਾਂ ਨੂੰ ਭੁਲਾਓਗੇ ਉਹ ਸੌਖਾ ਸਮਾਂ ਨਹੀਂ ਗੁਜ਼ਰੇਗਾ, ਉਹ ਪਰੇਸ਼ਾਨੀ ਵਾਲਾ ਹੋਏਗਾ। ਇਹ ਚੀਜ਼ ਨੂੰ ਥੋੜਾ ਜਿਹਾ ਆਪਾਂ ਸਮਝ ਸਕਦੇ ਹਾਂ ਐਵੇਂ ਕਹਿ ਕੇ। ਮੰਨ ਲਓ ਕਿ ਮਨ ਦੇ ਅੰਦਰ ਕਿਸੇ ਵਾਸਤੇ ਈਰਖਾ ਆ ਗਈ, ਅਸੀਂ ਬੜਾ ਸ਼ਾਂਤ ਬੈਠੇ ਹਾਂ, ਤਾਂ ਇੱਕ ਪਲ ਵਾਸਤੇ ਕਿਸੇ ਵਾਸਤੇ ਸਾਡੇ ਮਨ ਵਿੱਚ ਈਰਖਾ ਪੈਦਾ ਹੋਈ ਤਾਂ ਉਸ ਪਲ ਖੁਸ਼ੀ ਖਤਮ ਹੋ ਜਾਏਗੀ। ਉਸ ਪਲ ਸੋਚ ਦੇ ਅੰਦਰੋਂ ਖੁਸ਼ੀ ਖਤਮ ਹੋ ਜਾਏਗੀ, ਕਿਉਂਕਿ ਉੱਥੇ ਹੁਣ ਪ੍ਰੇਮ ਨਹੀਂ ਰਿਹਾ, ਈਰਖਾ ਆ ਗਈ। ਤੇ ਜੇ 2 ਪਲ ਈਰਖਾ ਰਹੇਗੀ ਤਾਂ 2 ਪਲ ਅਸੀਂ ਸੜਾਂਗੇ। ਘੰਟਾ 2 ਘੰਟੇ ਈਰਖਾ ਰਹੇਗੀ ਤਾਂ ਘੰਟੇ 2 ਘੰਟੇ ਸਾਡੇ ਅੰਦਰ ਅੱਗ ਲੱਗੀ ਰਹੇਗੀ। ਜੇ ਸਾਰੀ ਜ਼ਿੰਦਗੀ ਤਾਂ ਸਾਰੀ ਜ਼ਿੰਦਗੀ। ਤੇ ਜੇ ਹਰ ਪਲ, ਜੇ ਮੰਨ ਲਓ ਇੱਕ ਪਲ ਵਾਸਤੇ ਸਾਡੇ ਮਨ ਦੇ ਅੰਦਰ ਰੱਬੀ ਪ੍ਰੇਮ ਪੈਦਾ ਹੋਇਆ ਤਾਂ ਉਸ ਪਲ ਅਸੀਂ ਸੁਖੀ ਹਾਂ। ਜੇ 2-4 ਪਲ, 10 ਪਲ ਲਈ, ਘੰਟੇ 2 ਘੰਟੇ ਲਈ ਅੰਦਰ ਪ੍ਰੇਮ ਹੈ ਰੱਬੀ ਗੁਣਾਂ ਦਾ, ਤਾਂ ਅਸੀਂ ਓਨੇ ਸਮੇਂ ਲਈ ਸੁਖੀ ਹਾਂ। ਤੇ ਜੇ ਸਦਾ ਵਾਸਤੇ ਅੰਦਰ ਰੱਬੀ ਗੁਣਾਂ ਦਾ ਪ੍ਰੇਮ ਟਿਕ ਜਾਏ ਤਾਂ ਅਸੀਂ ਸਦਾ ਵਾਸਤੇ ਸੁਖੀ ਹੋ ਜਾਵਾਂਗੇ। ਸਮਝ ਗਏ ਨਾ ਗੱਲ? ਘੜੀ ਨਾ ਮੋਹਤ ਚਸਾ, ਤਿਸ ਬਿਨ ਨਾ ਸਰੈ, ਯਾਨੀ ਪਲ 2 ਪਲ ਵਾਸਤੇ ਵੀ ਰੱਬੀ ਗੁਣਾਂ ਨੂੰ ਵਿਸਾਰ ਕੇ ਸੌਖਾ ਸਮਾਂ ਨਹੀਂ ਬੀਤਦਾ। ਰੱਬੀ ਗੁਣਾਂ ਨੂੰ ਭੁਲਾ ਕੇ ਸੌਖਾ ਸਮਾਂ ਨਹੀਂ ਬੀਤਦਾ, ਔਰ ਕਦੇ ਵੀ ਜ਼ਿੰਦਗੀ ਦੇ ਅੰਦਰ ਸ਼ਾਂਤੀ ਨਹੀਂ ਹੁੰਦੀ। ਅੰਤਰ ਬਾਹਰ ਸੰਗ, ਕਿਆ ਕੋ ਲੁਕ ਕਰੇ। ਲੁਕ ਦਾ ਮਤਲਬ ਲੁਕ ਕੇ, ਕਰੇ ਦਾ ਮਤਲਬ ਕੀ ਕੰਮ ਕਰ ਸਕਦਾ ਹੈ, ਕੋ ਦਾ ਮਤਲਬ ਕੋਈ। ਅੰਤਰ ਬਾਹਰ ਸੰਗ, ਰੱਬ ਅੰਦਰ ਬਾਹਰ ਸਾਡੇ ਨਾਲ ਹੈ। ਹੁਣ ਮੇਰੇ ਅੰਦਰ ਵੀ ਪ੍ਰਭੂ ਵਸ ਰਿਹਾ ਹੈ, ਮੈਂ ਰੱਬ ਦਾ ਰੂਪ ਹਾਂ, ਮਨ ਤੋਂ ਜੋਤ ਸਰੂਪ ਹੈ, ਮੇਰਾ ਆਪਣਾ ਆਪਾ ਰੱਬ ਦਾ ਹੀ ਰੂਪ ਹੈ। ਔਰ ਮੰਨ ਲਓ ਮੈਂ ਕਿਸੇ ਵੀਰ ਭੈਣ ਦੇ ਨਾਲ ਧੋਖਾ ਕਰ ਰਿਹਾ, ਤਾਂ ਜਿਹਦੇ ਨਾਲ ਮੈਂ ਧੋਖਾ ਕਰ ਰਿਹਾ ਉਹਦੇ ਵਿੱਚ ਵੀ ਰੱਬ ਹੈ, ਹਰ ਥਾਂ ਤੇ ਹੈ। ਤਾਂ ਫਿਰ ਬੰਦਾ ਲੁਕ ਛਿਪ ਕੇ ਕੀ ਕਰ ਸਕਦਾ ਹੈ? ਕੀ ਰੱਬ ਤੋਂ ਲੁਕ ਛਿਪ ਕੋਈ ਕੰਮ ਕੀਤਾ ਜਾ ਸਕਦਾ ਹੈ? ਮੇਰੇ ਅੰਦਰ ਮੇਰਾ ਆਪਣਾ ਆਪਾ ਵੇਖ ਰਿਹਾ ਹੈ ਕਿ ਮੈਂ ਝੂਠ ਬੋਲ ਰਿਹਾ, ਤਾਂ ਫਿਰ ਮੈਂ ਕਿਹਦੇ ਤੋਂ ਲੁਕਾ ਰਿਹਾ? ਜਿਹਦੇ ਨਾਲ ਧੋਖਾ ਕਰ ਰਿਹਾ ਉਹਨੂੰ ਵੀ ਪਤਾ ਇਹਨੇ ਧੋਖਾ ਕੀਤਾ, ਉਹਦੇ ਵਿੱਚ ਵੀ ਤਾਂ ਲੁਕ ਕੇ ਕਿਵੇਂ ਕਰ ਸਕਦੇ ਆ? ਪਹਿਲੀ ਗੱਲ। ਦੂਜੀ ਗੱਲ ਇਹ ਹੈ ਕਿ ਰੱਬੀ ਸਿਸਟਮ ਹਰ ਥਾਂ ਦੇ ਉੱਤੇ ਲਾਗੂ ਹੈ। ਕੁਦਰਤ ਦੇ ਨੇਮ ਹਰ ਥਾਂ ਤੇ ਲਾਗੂ ਨੇ। ਕੀ ਇਹਨਾਂ ਨੇਮਾਂ ਨੂੰ ਧੋਖਾ ਦਿੱਤਾ ਜਾ ਸਕਦਾ ਹੈ? ਕਿ ਮੈਂ ਚਾਹਾਂ ਕਿ ਮੇਰੇ ਮਨ ਦੇ ਅੰਦਰ ਕਿਸੇ ਵਾਸਤੇ ਈਰਖਾ ਹੋਵੇ ਤੇ ਉਤੋਂ ਮੈਂ ਕਹਾਂ ਕਿ ਮੈਂ ਇਹਦੇ ਨਾਲ ਪਿਆਰ ਕਰਨਾ, ਤਾਂ ਕਿ ਮੇਰੇ ਮਨ ਦੇ ਅੰਦਰ ਖੁਸ਼ੀ ਆ ਸਕਦੀ ਹੈ? ਕਿਉਂਕਿ ਸਿਸਟਮ ਨੂੰ ਤਾਂ ਧੋਖਾ ਨਹੀਂ ਨਾ ਮੈਂ ਦੇ ਸਕਦਾ। ਖੁਸ਼ੀ ਔਰ ਗਮੀ ਜਿਹੜੀ ਇਹ ਸਿਸਟਮ ਕਰਕੇ ਹੈ। ਜੇ ਮਨ ਅੰਦਰ ਈਰਖਾ ਹੈ ਤਾਂ ਇਹ ਕੁਦਰਤ ਦੇ ਨੇਮਾਂ ਦੇ ਅੰਦਰ ਮੇਰੇ ਅੰਦਰ ਅਸ਼ਾਂਤੀ ਰਹੇਗੀ। ਮੈਂ ਸਿਸਟਮ ਨੂੰ ਧੋਖਾ ਨਹੀਂ ਦੇ ਸਕਦਾ, ਲੋਕਾਂ ਨੂੰ ਦੇ ਸਕਣਾ। ਜੇ ਮੇਰੇ ਮਨ ਅੰਦਰ ਰੱਬੀ ਪ੍ਰੇਮ ਹੈ ਤਾਂ ਫਿਰ ਮੇਰੇ ਮਨ ਦੇ ਅੰਦਰ ਖੁਸ਼ੀ ਰਹੇਗੀ। ਜੇ ਮੈਂ ਕਣਕ ਬੀਜਾਂ ਤੇ ਲੋਕਾਂ ਨੂੰ ਕਹਾਂ ਕਿ ਮੈਂ ਚਣੇ ਬੀਜੇ ਨੇ, ਤਾਂ ਲੋਕਾਂ ਨੂੰ ਤੇ ਮੈਂ ਝੂਠ ਬੋਲ ਦੇਣਾ। ਧਰਤੀ ਨੇ ਤਾਂ ਕਣਕ ਪੈਦਾ ਕਰਨੀ ਨਾ, ਸਿਸਟਮ ਨੂੰ ਮੈਂ ਕਿਵੇਂ ਧੋਖਾ ਦੇਵਾਂ? ਕਿਵੇਂ ਮੈਂ ਕੋਈ ਕੰਮ ਲੁਕ ਛਿਪ ਕੇ ਕਰ ਸਕਦਾ? ਕਿਵੇਂ ਇਸ ਰੱਬੀ ਸਿਸਟਮ ਦੇ ਅੰਦਰ ਕਿਸੇ ਕੰਮ ਦਾ
ਉਲਟ ਨਤੀਜਾ ਲੈ ਸਕਦਾ ਹਾਂ? ਨਹੀਂ ਲੈ ਸਕਦਾ। ਜੈਸਾ ਕਰਮ ਕਰਾਂਗਾ ਵੈਸਾ ਹੀ ਨਤੀਜਾ ਨਿਕਲੇਗਾ, ਚੰਗਾ ਜਾਂ ਬੁਰਾ। ਤਾਂ ਗੁਰੂ ਜੀ ਕਹਿੰਦੇ ਨੇ ਪ੍ਰਭੂ ਹਰ ਜੀਵ ਦੇ ਅੰਦਰ ਬਾਹਰ ਵਸਦਾ ਹੈ। ਕੋਈ ਜੀਵ ਲੁਕ ਕੇ ਛਿਪ ਕੇ ਕੰਮ ਕਿਵੇਂ ਕਰ ਸਕਦਾ ਹੈ? ਭਾਵ ਨਹੀਂ ਕਰ ਸਕਦਾ, ਮੀਨਸ ਆਪਣੇ ਕੀਤੇ ਕਰਮ ਦੇ ਫਲ ਤੋਂ ਨਹੀਂ ਬਚ ਸਕਦਾ। ਜਿਸ ਪਤ ਰੱਖੈ ਆਪ ਸੋ ਭਵਜਲ ਤਰੈ। ਭਵਜਲ ਦਾ ਮਤਲਬ ਸੰਸਾਰ ਸਮੁੰਦਰ, ਵਿਕਾਰਾਂ ਦੀਆਂ ਘੁੰਮਣ ਘੇਰੀਆਂ, ਦੁੱਖਾਂ ਦੀਆਂ ਘੁੰਮਣ ਘੇਰੀਆਂ। ਉਹ ਮਨੁੱਖ ਸੰਸਾਰ ਸਮੁੰਦਰ ਤੋਂ ਪਾਰ ਲੰਘਦਾ ਹੈ ਜਿਸ ਦੀ ਇੱਜ਼ਤ ਪ੍ਰਭੂ ਆਪ ਰੱਖਦਾ ਹੈ। ਜਿਸ ਦੀ ਇੱਜ਼ਤ ਆਪ ਰੱਖਦਾ ਹੈ। ਤੇ ਇੱਜ਼ਤ ਆਪ ਕਿਵੇਂ ਰੱਖਦਾ ਹੈ ਰੱਬ? ਕਿਹਦੀ ਰੱਖਦਾ ਹੈ? ਪ੍ਰੇਮ ਪਟੋਲਾ ਤੈਂ ਛੋ ਦਿੱਤਾ ਢੱਕਣ ਕੂ ਪਤ ਮੇਰੀ, ਦਾਨਾ ਬੀਨਾ ਸਾਈ ਮਹਿੰਦਾ ਨਾਨਕ ਸਾਰ ਨਾ ਜਾਣਾ ਤੀ। ਜੋ ਰੱਬੀ ਰਜ਼ਾ ਦੇ ਵਿੱਚ ਤੁਰਦਾ ਹੈ ਉਹਦੀ ਇੱਜ਼ਤ ਰਹਿੰਦੀ ਹੈ। ਇੱਜ਼ਤ ਕਿਵੇਂ ਰਹਿੰਦੀ ਹੈ? ਇੱਕ ਆਦਮੀ ਕਹਿ ਰਿਹਾ ਹੈ ਕਿ ਇਹ ਕੰਮ ਰੱਬੀ ਰਜ਼ਾ ਦੇ ਵਿੱਚ, ਭਾਣੇ ਵਿੱਚ, ਸਿਸਟਮ ਦੇ ਵਿੱਚ ਐਵੇਂ ਹੋ ਸਕਦਾ ਹੈ, ਇੰਜ ਹੋ ਸਕਦਾ ਹੈ, ਤਾਂ ਉਹਦੀ ਇੱਜ਼ਤ ਰਹਿ ਜਾਏਗੀ ਕਿਉਂਕਿ ਉਹ ਸਿਸਟਮ ਦੇ ਅੰਦਰ ਕੰਮ ਕਰ ਰਿਹਾ ਹੈ। ਉਹ ਕੰਮ ਪੂਰਾ ਹੋ ਜਾਏਗਾ ਤੇ ਉਹਦੀ ਇੱਜ਼ਤ ਰਹਿ ਜਾਏਗੀ ਕਿ ਗੱਲ ਤੇ ਵੀ ਸੱਚੀ ਸੀ। ਤੇ ਦੂਜਾ ਬੰਦਾ ਕਹਿੰਦਾ ਨਹੀਂ, ਸਿਸਟਮ ਤੋਂ ਉਲਟ ਵੀ ਹੋ ਸਕਦਾ ਹੈ, ਤਾਂ ਸਿਸਟਮ ਤੋਂ ਉਲਟ ਹੋਣਾ ਨਹੀਂ, ਇਸ ਲਈ ਉਸ ਬੰਦੇ ਦੀ ਇੱਜ਼ਤ ਨਹੀਂ ਰਹੇਗੀ ਕਿਉਂਕਿ ਉਹਦਾ ਰਿਜ਼ਲਟ ਹੀ ਨਹੀਂ ਨਿਕਲਣਾ। ਜੇ ਹੁਣ ਕੋਈ ਕਹੇ ਕਿ ਆਕਸੀਜਨ ਚਾਹੀਦੀ ਇਸ ਬੰਦੇ ਨੂੰ, ਇਹ ਬਚ ਸਕਦਾ ਹੈ, ਤੇ ਦੂਜਾ ਬੰਦਾ ਕਹੇ ਵੀ ਆਕਸੀਜਨ ਨਹੀਂ, ਕੋਈ ਗੱਲ ਨਹੀਂ, ਇਹਨੂੰ ਕਾਰਬਨ ਮੋਨੋਆਕਸਾਈਡ ਦਾ ਸਿਲੰਡਰ ਪਿਆ ਉਹ ਲਾ ਦਿਓ, ਉਹਦੇ ਨਾਲ ਵੀ ਬਚ ਜਾਏਗਾ। ਤੇ ਜੇ ਕੋਈ ਨਾਲ ਦਾ ਕਹੇ ਵੀ ਨਹੀਂ ਬਚਦਾ, ਤੇ ਜੇ ਕੋਈ ਫਿਰ ਜਿੱਦ ਕਰੇ ਕਿ ਨਹੀਂ ਬਚ ਜਾਏਗਾ, ਬਚ ਸਕਦਾ ਹੈ, ਤੇ ਜੇ ਕਾਰਬਨ ਮੋਨੋਆਕਸਾਈਡ ਦੋਗੇ ਤੇ ਕੀ ਉਹ ਬੰਦਾ ਬਚੇਗਾ? ਮਰੇਗਾ ਨਾ। ਤਾਂ ਫਿਰ ਉਹਦੀ ਬੇਇੱਜ਼ਤੀ ਹੋਏਗੀ। ਇਸੇ ਨੂੰ ਕਹਿੰਦੇ ਨੇ ਇੱਜ਼ਤ ਔਰ ਬੇਇੱਜ਼ਤੀ। ਤਾਂ ਗੁਰੂ ਜੀ ਕਹਿੰਦੇ ਨੇ ਜਿਸ ਦੀ ਪੱਤ ਪ੍ਰਭੂ ਰੱਖਦਾ, ਮੀਨਸ ਜੋ ਰੱਬੀ ਰਜ਼ਾ ਵਿੱਚ ਤੁਰਦਾ ਹੈ, ਸੋ ਭਵਜਲ ਤਰੈ, ਉਹ ਇਨਸਾਰ ਵਿਕਾਰਾਂ ਦੀਆਂ ਘੁੰਮਣ ਘੇਰੀਆਂ ਤੋਂ, ਦੁੱਖਾਂ ਤੋਂ, ਅਸ਼ਾਂਤੀ ਤੋਂ ਬਚ ਜਾਂਦਾ ਹੈ। ਭਗਤ ਗਿਆਨੀ ਤਪਾ ਜਿਸ ਕਿਰਪਾ ਕਰੇ। ਅਸਲੀ ਭਗਤ, ਗਿਆਨਵਾਨ ਔਰ ਤਪਸਵੀ ਉਹੀ ਹੈ ਜਿਸ ਤੇ ਪ੍ਰਭੂ ਕਿਰਪਾ ਕਰਦਾ ਹੈ, ਯਾਨੀ ਜੋ ਰੱਬੀ ਕਿਰਪਾ ਦਾ ਪਾਤਰ ਬਣਦਾ ਹੈ, ਜੋ ਰੱਬੀ ਹੁਕਮ ਅਨੁਸਾਰ ਜ਼ਿੰਦਗੀ ਜੀਂਦਾ ਹੈ। ਅਸਲੀ ਗਿਆਨੀ, ਗਿਆਨਵਾਨ, ਭਗਤ ਔਰ ਤਪਸਵੀ ਉਹੀ ਹੈ ਜੋ ਰੱਬ ਦੀ ਰਹਿਮਤ ਦਾ ਪਾਤਰ ਬਣਦਾ ਹੈ। ਤਾਂ ਇਹਦਾ ਮਤਲਬ ਜੋ ਰੱਬ ਦੀ ਭਗਤੀ ਹੈ, ਰੱਬੀ ਰਜ਼ਾ ਵਿੱਚ ਤੁਰਨਾ ਹੀ ਰੱਬ ਦੀ ਭਗਤੀ। ਸੋ ਪੂਰਾ ਪ੍ਰਧਾਨ ਜਿਸ ਨੂੰ ਬਲ ਧਰੈ। ਬਲ ਧਰੈ ਦਾ ਮਤਲਬ ਜਿਸ ਦੇ ਅੰਦਰ ਤਾਕਤ ਦਿੰਦਾ ਹੈ, ਆਤਮਕ ਜੀਵਨ ਜੀਣ ਦਾ ਬਲ ਬਖਸ਼ਦਾ ਹੈ। ਪ੍ਰਧਾਨ ਦਾ ਮਤਲਬ ਸ੍ਰੇਸ਼ਟ ਮਨੁੱਖ, ਮਹਾਨ ਮਨੁੱਖ, ਮੁਕੰਮਲ। ਪੂਰਾ ਦਾ ਮਤਲਬ ਮੁਕੰਮਲ। ਤਾਂ ਗੁਰੂ ਜੀ ਕਹਿੰਦੇ ਨੇ ਵਿਕਾਰਾਂ ਦਾ ਟਾਕਰਾ ਕਰਨ ਲਈ ਪ੍ਰਭੂ ਆਤਮਕ ਬਲ ਬਖਸ਼ਦਾ ਹੈ, ਉਹਦੀ ਕਮਾਈ ਸਫਲ ਹੋ ਜਾਂਦੀ ਹੈ ਤੇ ਉਹ ਬੰਦਾ ਆਦਰ ਪਾਉਂਦਾ ਹੈ। ਅਸਲ ਦੇ ਅੰਦਰ ਉਹੀ ਪੂਰਾ ਹੈ, ਮੁਕੰਮਲ ਜੀਵਨ ਵਾਲਾ ਹੈ, ਉਹੀ ਮਹਾਨ ਹੈ, ਵੱਡਾ ਹੈ, ਆਦਰਯੋਗ ਹੈ, ਜਿਸ ਦੇ ਅੰਦਰ ਪ੍ਰਭੂ ਨੇ ਆਤਮਕ ਜੀਵਨ ਜੀਣ ਦਾ ਬਲ ਬਖਸ਼ਿਆ ਹੈ, ਬਲ ਰੱਖਿਆ ਹੈ। ਭਾਵ ਜੋ ਵਿਕਾਰਾਂ ਨੂੰ ਆਪਣੇ ਬਲ ਦੇ ਨਾਲ ਦੂਰ ਕਰਦਾ ਹੈ ਔਰ ਸ਼ੁਭ ਗੁਣਾਂ ਨੂੰ ਇੰਪਲੀਮੈਂਟ ਕਰਨ ਦੀ ਤਾਕਤ ਰੱਖਦਾ ਹੈ, ਉਹ ਇਨਸਾਨ ਅਸਲ ਦੇ ਅੰਦਰ ਪੂਰਾ ਇਨਸਾਨ ਹੈ, ਉਹੀ ਸਤਿਕਾਰਯੋਗ ਹੈ। ਜਿਸਹਿ ਜਰਾਏ ਆਪ ਸੋਈ ਅਜਰ ਜਰੈ। ਅਜਰ ਦਾ ਮਤਲਬ ਨਾ ਜਰੀ ਜਾਣ ਵਾਲੀ ਸ਼ਕਤੀ, ਉਹੀ ਇਸ ਅਜਰ ਨੂੰ ਜਰਦਾ ਹੈ, ਜਿਹਦੇ ਤੇ ਆਪ ਕਿਰਪਾ ਕਰਦਾ ਹੈ, ਜਿਹਨੂੰ ਬਲ ਬਖਸ਼ਦਾ ਹੈ, ਜਿਹਦੇ ਅੰਦਰ ਇਹ ਤਾਕਤ ਹੈ। ਹੁਣ ਅਜਰ ਜਰੇ ਦਾ ਮਤਲਬ ਕੀ ਹੈ? ਕਿ ਨਾ ਜਰੀ ਜਾਣ ਵਾਲੀ ਚੀਜ਼ ਆਮ ਬੰਦੇ ਜਰ ਨਹੀਂ ਨਾ ਸਕਦੇ। ਜਿਨ੍ਹਾਂ ਦੇ ਕੋਲ ਥੋੜਾ ਜਿਹਾ ਪੈਸਾ ਆ ਜਾਏ ਫਿਰ ਉਹ ਪੈਸੇ ਦਾ ਪ੍ਰਭਾਵ ਲੋਕਾਂ ਤੇ ਪਾਉਣਗੇ। ਥੋੜਾ ਜਿਹਾ ਗਿਆਨ ਆ ਜਾਏ ਤਾਂ ਬੰਦਾ ਉਸ ਗਿਆਨ ਦਾ ਹੰਕਾਰ ਕਰਦਾ ਹੈ। ਥੋੜੀ ਜੀ ਤਾਕਤ ਆ ਜਾਏ ਤਾਂ ਬੰਦਾ ਉਸ ਤਾਕਤ ਦੀ ਨਜਾਇਜ਼ ਵਰਤੋਂ ਕਰਦਾ ਹੈ। ਜਰਦੇ ਨਹੀਂ ਨਾ ਲੋਕ, ਰਜਾ ਦੇ ਵਿੱਚ, ਭਾਣੇ ਵਿੱਚ ਨਹੀਂ ਰਹਿੰਦੇ। ਤੇ ਗੁਰੂ ਜੀ ਕਹਿੰਦੇ ਨੇ ਭਗਤ ਉਹੀ ਹੈ ਜਿਹੜਾ ਰਜਾ ਭਾਣੇ ਵਿੱਚ ਤੁਰਦਾ ਹੈ। ਮਤ ਹੁੰਦੀ ਹੋਏ ਇਆਣਾ, ਤਾਣ ਹੁੰਦੇ ਹੋਏ ਨਿਤਾਣਾ,
ਅਣਹੋਂਦੇ ਆਪ ਵੰਡਾਏ, ਇਸੇ ਨੂੰ ਅਜਰ ਜਰਨਾ ਕਹਿੰਦੇ ਨੇ। ਕਿ ਗਿਆਨ ਤੇ ਹੈ, ਪਰ ਉਸ ਗਿਆਨ ਨੂੰ ਜਰ ਕੇ ਸਬਰ ਸੰਤੋਖ ਦੇ ਨਾਲ ਉਹ ਗਿਆਨ ਦੀ ਵਰਤੋਂ ਕਰ ਰਿਹਾ ਹੈ, ਉਸ ਗਿਆਨ ਦੀ ਦੁਰਵਰਤੋਂ ਨਹੀਂ ਕਰਦਾ। ਜੇ ਉਹਦੇ ਕੋਲ ਗਿਆਨ ਹੈ ਤਾਂ ਉਸ ਗਿਆਨ ਨਾਲ ਲੋਕਾਂ ਦਾ ਇਮੋਸ਼ਨਲ ਬਲੈਕਮੇਲ ਨਹੀਂ ਕਰਦਾ। ਤਾਕਤ ਹੈ, ਲੇਕਿਨ ਉਸ ਤਾਕਤ ਦੇ ਨਾਲ ਗਰੀਬ ਨੂੰ, ਕਿਸੇ ਮਾੜੇ ਨੂੰ ਸਤਾਉਂਦਾ ਨਹੀਂ, ਤਾਕਤ ਦੀ ਦੁਰਵਰਤੋਂ ਨਹੀਂ ਕਰਦਾ। ਤਾਂ ਚੰਦ ਲੋਕ ਹੀ ਐਸੇ ਹੁੰਦੇ ਨੇ ਜਿਹੜੇ ਆਪਣੇ ਜੀਵਨ ਨੂੰ ਇਸ ਢੰਗ ਦੇ ਨਾਲ ਬਿਤਾਉਂਦੇ ਨੇ। ਤਾਂ ਗੁਰੂ ਜੀ ਕਹਿੰਦੇ ਨੇ ਉਹ ਇਨਸਾਨ ਧੰਤਾਯੋਗ ਹੈ ਜੋ ਰੱਬੀ ਰਹਿਮਤ ਦਾ ਪਾਤਰ ਬਣਦਾ ਹੈ, ਬਖਸ਼ਿਸ਼ ਦਾ ਮਾਲਕ ਹੈ, ਬਖਸ਼ਿਸ਼ ਦਾ ਪਾਤਰ ਹੈ। ਉਹੀ ਅਜਰ ਨੂੰ ਜਰਦਾ ਹੈ, ਭਾਵ ਕਿ ਇੰਨੀ ਮਹਾਨ ਜ਼ਿੰਦਗੀ ਉਹ ਇਨਸਾਨ ਹੀ ਜੀਂਦਾ ਹੈ। ਇਸ ਹੀ ਮਿਲਿਆ ਸੱਚ, ਮੰਤਰ ਗੁਰ ਮੰਤਰ ਹੈ। ਸੱਚ ਤੇ ਵਿਸ਼ਰਾਮ ਲਗਾਉਣਾ ਹੈ। ਤਿਸ ਹੀ ਮਿਲਿਆ ਸੱਚ, ਮੰਤਰ ਗੁਰ, ਇੱਥੇ ਵਿਸਰਾਮ ਲਗਾਉਣਾ ਹੈ। ਮਨ ਧਰੈ, ਮਨ ਧਰੈ ਦਾ ਮਤਲਬ ਜੋ ਮਨ ਵਿੱਚ ਵਸਾਂਦਾ ਹੈ। ਮੰਤਰ ਗੁਰ ਦਾ ਮਤਲਬ ਗੁਰੂ ਦਾ ਮੰਤਰ, ਗੁਰੂ ਦਾ ਉਪਦੇਸ਼। ਜੋ ਗੁਰੂ ਦੇ ਉਪਦੇਸ਼ ਨੂੰ ਆਪਣੇ ਮਨ ਵਿੱਚ ਟਿਕਾਉਂਦਾ ਹੈ, ਆਪਣੀ ਸੋਚ ਅੰਦਰ ਵਸਾਉਂਦਾ ਹੈ, ਮੀਨਸ ਜੋ ਗੁਰੂ ਦੇ ਉਪਦੇਸ਼ ਨੂੰ ਇੰਪਲੀਮੈਂਟ ਕਰਦਾ ਹੈ, ਅਸਲ ਦੇ ਵਿੱਚ ਸੱਚ ਉਹਨੂੰ ਮਿਲਦਾ ਹੈ, ਰੱਬ ਉਹਨੂੰ ਹੀ ਮਿਲਦਾ ਹੈ। ਉਹਨੂੰ ਸੱਚ ਮਿਲ ਜਾਂਦਾ ਹੈ, ਉਹ ਅਸਲੀਅਤ ਨੂੰ ਜਾਣ ਲੈਂਦਾ ਹੈ, ਉਹ ਮਨ ਬਚਨ ਕਰਮ ਕਰਕੇ ਸੱਚਾ ਹੋ ਜਾਂਦਾ ਹੈ, ਉਹ ਸਚਿਆਰ ਹੋ ਜਾਂਦਾ ਹੈ। ਕੌਣ? ਜੋ ਗੁਰੂ ਦੇ ਉਪਦੇਸ਼ ਨੂੰ ਆਪਣੇ ਮਨ ਵਿੱਚ ਟਿਕਾ ਲੈਂਦਾ ਹੈ, ਜੋ ਗੁਰੂ ਦੇ ਉਪਦੇਸ਼ ਮੁਤਾਬਕ ਜ਼ਿੰਦਗੀ ਜੀਂਦਾ ਹੈ, ਉਹਨੂੰ ਸੱਚ ਮਿਲਦਾ ਹੈ, ਉਹਨੂੰ ਰੱਬ ਮਿਲਦਾ ਹੈ, ਉਹ ਰੱਬ ਦਾ ਰੂਪ ਹੋ ਜਾਂਦਾ ਹੈ। ਸ਼ਲੋਕ ਮਹਿਲਾ ਪੰਜਵਾਂ। ਧਨ ਸੋ ਰਾਗ ਸੁਰੰਗੜੇ, ਆਲਾਪਤ ਸਭ ਤਿਖ ਜਾਏ। ਸੁਰੰਗੜੇ ਦਾ ਮਤਲਬ ਸੋਹਣੇ, ਆਲਾਪਤ ਦਾ ਮਤਲਬ ਅਲਾਪਦਿਆਂ, ਉਚਾਰਦਿਆਂ, ਗਾਉਂਦਿਆਂ, ਤਿਖ ਦਾ ਮਤਲਬ ਤ੍ਰਿਸ਼ਨਾ, ਪਿਆਸ। ਉਹ ਰਾਗ ਸੋਹਣੇ ਨੇ, ਮੁਬਾਰਕ ਨੇ, ਜਿਨ੍ਹਾਂ ਦੇ ਗਾਵਿਆਂ ਮਨ ਦੀ ਤ੍ਰਿਸ਼ਨਾ ਦੂਰ ਹੋ ਜਾਏ। ਉਹ ਰਾਗ ਸੋਹਣੇ ਨੇ ਜਿਨ੍ਹਾਂ ਦੇ ਗਾਵਿਆਂ ਮਨ ਦੀ ਤ੍ਰਿਸ਼ਨਾ ਦੂਰ ਹੋ ਜਾਏ। ਯਾਨੀ ਰਾਗ ਗਾਇਆ ਤਾਂ ਸਫਲਾ ਹੈ ਜੇ ਮਨ ਦੀ ਤ੍ਰਿਸ਼ਨਾ ਮਿਟੇ। ਤੇ ਜੇ ਮਨ ਦੀ ਤ੍ਰਿਸ਼ਨਾ ਨਹੀਂ ਮਿਟੀ, ਮਨ ਅੰਦਰ ਵਿਕਾਰ ਨੇ, ਪਾਪ ਅਪਰਾਧ ਨੇ, ਔਰ ਬੰਦਾ ਰਾਗ ਵੀ ਗਾ ਰਿਹਾ ਹੈ, ਤਾਂ ਉਹ ਰਾਗ ਗਾਣ ਦਾ ਉਹਨੂੰ ਕੋਈ ਆਤਮਿਕ ਲਾਭ ਨਹੀਂ ਹੋਏਗਾ। ਰਾਗ ਤਾਂ ਹੀ ਸਫਲਾ ਨਾ ਜੇ ਮਨ ਦੀ ਤ੍ਰਿਸ਼ਨਾ ਚਲੀ ਜਾਏ। ਜੇ ਤ੍ਰਿਸ਼ਨਾ ਹੀ ਨਹੀਂ ਗਈ ਤਾਂ ਫਿਰ ਰਾਗ ਗਾਣ ਦਾ, ਕੱਲੇ ਰਾਗ ਗਾਣ ਦਾ ਕੋਈ ਨਹੀਂ ਫਾਇਦਾ ਹੋਣਾ। ਗੁਰੂ ਜੀ ਦਾ ਪਾਵਨ ਬਚਨ ਹੈ, ਰਾਗ ਰਾਗਨੀ ਡਿੰਬ ਹੋਏ ਬੈਠਾ, ਉਨ ਹਰ ਪੈ ਕਿਆ ਲੀਨਾ। ਰਾਗ ਤਾਂ ਹੀ ਗਾਇਆ ਸਫਲਾ ਹੈ ਜੇ ਮਨ ਦੇ ਅੰਦਰੋਂ ਤ੍ਰਿਸ਼ਨਾ ਚਲੀ ਜਾਏ। ਉਹ ਰਾਗ ਗਾਇਆ ਮੁਬਾਰਕ ਹੈ, ਉਹ ਰਾਗ ਗਾਇਆ ਸੋਹਣਾ ਹੈ। ਧਨ ਸੋ ਜੰਤ ਸੁਹਾਵੜੇ, ਜੋ ਗੁਰਮੁਖ ਜਪਦੇ ਨਾਉ। ਜੰਤ ਦਾ ਮਤਲਬ ਜੀਵ, ਸੁਹਾਵੜੇ ਦਾ ਮਤਲਬ ਸੋਹਣੇ, ਭਾਗਾਂ ਵਾਲੇ, ਚੰਗੇ ਜੀਵਨ ਵਾਲੇ, ਮਹਾਨ। ਗੁਰਮੁਖ ਦਾ ਮਤਲਬ ਗੁਰੂ ਦੇ ਜ਼ਰੀਏ, ਗੁਰੂ ਦੇ ਦੱਸੇ ਰਾਹਾਂ ਤੇ ਚੱਲ ਕੇ। ਜਪਦੇ ਦਾ ਮਤਲਬ ਜੋ ਜਾਣਦੇ ਨੇ, ਸਾਂਝ ਪਾਉਂਦੇ ਨੇ। ਜਪ ਦਾ ਮਤਲਬ ਹੁੰਦਾ ਹੈ ਜਾਣਨਾ, ਸਾਂਝ ਪਾਣਾ। ਨਾਉ ਦਾ ਮਤਲਬ ਰੱਬੀ ਹੁਕਮ, ਰੱਬੀ ਸਿਫਤ ਸਲਾਹ। ਉਹ ਜੀਵ ਸੋਹਣੇ ਨੇ, ਉਹ ਜੀਵ ਸੁੰਦਰ ਨੇ, ਭਾਗਾਂ ਵਾਲੇ ਨੇ, ਜੋ ਗੁਰੂ ਦੇ ਸਨਮੁਖ ਹੋ ਕੇ ਰੱਬੀ ਹੁਕਮ ਦੇ ਨਾਲ ਸਾਂਝ ਪਾਉਂਦੇ ਨੇ, ਜੋ ਰੱਬੀ ਗੁਣਾਂ ਦੇ ਨਾਲ ਸਾਂਝ ਪਾਉਂਦੇ ਨੇ, ਜੋ ਰੱਬੀ ਗੁਣਾਂ ਨੂੰ ਉਚਾਰਨ ਕਰਦੇ ਨੇ, ਸਿਫਤ ਸਲਾਹ ਕਰਦੇ ਨੇ, ਰੱਬੀ ਰਜਾ ਵਿੱਚ ਤੁਰਦੇ ਨੇ। ਉਹ ਇਨਸਾਨ ਸੋਹਣੇ ਨੇ, ਭਾਵ ਸੋਹਣੇ ਜੀਵਨ ਵਾਲੇ ਨੇ, ਉਹ ਇਨਸਾਨ ਮਹਾਨ ਨੇ। ਜਿਨਨੀ ਇੱਕ ਮਨ ਇੱਕ ਅਰਾਧਿਆ, ਤਿਨ ਸਤ ਬਲਿਹਾਰੇ ਜਾਉ। ਜਾਉ ਦਾ ਮਤਲਬ ਮੈਂ ਜਾਂਦਾ ਹਾਂ। ਜਿਨਨੀ ਇੱਕ ਮਨ, ਇੱਕ ਮਨ ਦਾ ਮਤਲਬ ਇੱਕ ਮਨ ਕਰਕੇ, ਇੱਕ ਅਰਾਧਿਆ ਦਾ ਮਤਲਬ ਇੱਕ ਦੀ ਆਰਾਧਨਾ ਕੀਤੀ ਹੈ, ਇੱਕ ਨੂੰ ਯਾਦ ਵਿੱਚ ਵਸਾਇਆ ਹੈ। ਤਿੰਨ ਬਲਿਹਾਰੇ, ਤਿੰਨ ਸਤ ਬਲਿਹਾਰੇ ਜਾਉ, ਮੈਂ ਉਹਨਾਂ ਤੋਂ ਸਦਾ ਸਦਕੇ ਜਾਂਦਾ ਹਾਂ। ਮੈਂ ਉਹਨਾਂ ਇਨਸਾਨਾਂ ਤੋਂ ਸਦਕੇ ਜਾਂਦਾ ਹਾਂ ਜੋ ਇੱਕ ਮਨ ਹੋ ਕੇ ਪ੍ਰਭੂ ਨੂੰ ਯਾਦ ਵਿੱਚ ਵਸਾਉਂਦੇ ਨੇ। ਯਾਨੀ ਜਿਨ੍ਹਾਂ ਦੀ ਲਗਨ ਦਿਲੀ ਕਰਕੇ, ਦਿਲੀ ਪਿਆਰ ਕਰਕੇ
ਇੱਕ ਪ੍ਰਭੂ ਦੇ ਨਾਲ ਲੱਗੀ ਹੈ, ਜਿਨ੍ਹਾਂ ਦੀ ਯਾਦ ਦੇ ਵਿੱਚ ਇੱਕ ਜੁੜਿਆ ਹੋਇਆ ਹੈ, ਜਿਨ੍ਹਾਂ ਦੀ ਯਾਦ ਵਿੱਚ ਇੱਕ ਪ੍ਰਭੂ ਦਾ ਹੁਕਮ ਹੈ, ਰੱਬੀ ਗੁਣ ਨੇ, ਜਿਨ੍ਹਾਂ ਦਾ ਧਿਆਨ ਕਦੇ ਵੀ ਰੱਬੀ ਗੁਣਾਂ ਤੋਂ ਦੂਰ ਨਹੀਂ ਜਾਂਦਾ, ਜੋ ਲਗਾਤਾਰ ਕੰਟੀਨਿਊ ਰੱਬੀ ਗੁਣਾਂ ਦੀ ਆਰਾਧਨਾ ਕਰਦੇ ਨੇ, ਇੱਕ ਨੂੰ ਹਰ ਥਾਂ ਤੇ ਵੇਖਦੇ ਨੇ, ਅੰਦਰੋਂ ਬਾਹਰੋਂ ਇੱਕ ਨੇ, ਇੱਕ ਜੈਸਾ ਵਿਹਾਰ ਕਰ ਰਹੇ ਨੇ, ਮੈਂ ਉਹਨਾਂ ਤੋਂ ਕੁਰਬਾਨ ਜਾਂਦਾ ਹਾਂ, ਉਹਨਾਂ ਤੋਂ ਸਦਕੇ ਜਾਂਦਾ ਹਾਂ। ਤਿੰਨ ਕੀ ਧੂੜ ਹਮ ਬਾਂਛਦੇ, ਕਰਮੀ ਪੱਲੇ ਪਾਏ। ਬਾਂਛਦੇ ਦਾ ਮਤਲਬ ਚਾਹੁੰਦੇ ਹਾਂ, ਕਰਮੀ ਦਾ ਮਤਲਬ ਕਰਮ ਕਰਕੇ, ਉਦਮ ਕਰਕੇ, ਪੱਲੇ ਪਾਏ ਦਾ ਮਤਲਬ ਮਿਲਦੀ ਹੈ, ਧੂੜ ਦਾ ਮਤਲਬ ਚਰਨ ਧੂੜ, ਮਤਲਬ ਸੋਚ, ਉਹ ਰਾਹ, ਉਹ ਜੀਵਨ ਦੀ ਜੁਗਤ, ਜਿਸ ਜੀਵਨ ਜੁਗਤ ਨੂੰ ਪ੍ਰਭੂ ਦੇ ਪਿਆਰੇ ਪਾ ਰਹੇ ਨੇ, ਜਿਨ੍ਹਾਂ ਨੇ ਇੱਕ ਮਨ ਇੱਕ ਦੀ ਆਰਾਧਨਾ ਕੀਤੀ ਹੈ, ਜਿਹੜੇ ਗੁਰੂ ਦੇ ਚਰਨਾਂ ਦੇ ਭੌਰੇ ਬਣ ਕੇ ਪ੍ਰਭੂ ਦੇ ਗੁਣਾਂ ਨੂੰ ਗਾਉਂਦੇ ਨੇ, ਮੈਂ ਉਹਨਾਂ ਦੀ ਚਰਨ ਧੂੜ ਬਾਂਛਦਾ ਹਾਂ। ਕਰਮੀ ਪੱਲੇ ਪਾਏ ਦਾ ਮਤਲਬ ਉਦਮ ਦੇ ਨਾਲ ਪੱਲੇ ਪੈਂਦੀ। ਹੁਣ ਇੱਥੇ ਧੂੜ ਨੂੰ ਸਮਝ ਲਓ ਸੋਚ, ਕਿ ਉਹਨਾਂ ਵਾਲੀ ਜੋ ਸੋਚ ਹੈ, ਮੈਂ ਵੀ ਚਾਹਨਾ ਕਿ ਉਹ ਸੋਚ ਮੈਨੂੰ ਮਿਲੇ, ਮੇਰੀ ਵੀ ਸੋਚ ਉਸ ਤਰ੍ਹਾਂ ਦੀ ਬਣ ਜਾਏ, ਮੈਂ ਵੀ ਉਹਨਾਂ ਰਾਹਾਂ ਤੇ ਤੁਰਾਂ, ਭਾਵ ਅਰਥ ਲੈਣਾ ਹੈ। ਕਰਮੀ ਪੱਲੇ ਪਾਏ ਦਾ ਮਤਲਬ ਕਰਮਾਂ ਨਾਲ ਪੱਲੇ ਪਵੇਗੀ, ਉਦਮ ਕਰਨ ਦੇ ਨਾਲ ਪੱਲੇ ਪੈਗੀ। ਹੁਣ ਜੇ ਮੈਂ ਉਦਮ ਕਰਾਂਗਾ ਤਾਂ ਹੀ ਉਹ ਸੋਚ ਮੇਰੇ ਪੱਲੇ ਪੈਗੀ ਨਾ। ਜੇ ਉਦਮ ਹੀ ਨਾ ਕਰਾਂ, ਸਪੋਜ਼ ਮੈਨੂੰ ਭੁੱਖ ਲੱਗੀ ਹੈ, ਹੁਣ ਭੁੱਖ ਕਿਵੇਂ ਮਿਟੇਗੀ? ਰੋਟੀ ਖਾਣ ਨਾਲ। ਤੇ ਰੋਟੀ ਖਾਣ ਦਾ ਉਦਮ ਤਾਂ ਮੈਨੂੰ ਕਰਨਾ ਪਵੇਗਾ ਨਾ, ਜਾਂ ਮੈਂ ਆਪ ਪਕਾ ਕੇ ਖਾਵਾਂ, ਜਾਂ ਮੈਂ ਪੈਸੇ ਲੈ ਕੇ ਤੇ ਕਿਸੇ ਰੈਸਟੋਰੈਂਟ ਤੋਂ ਖਾ ਕੇ ਆਵਾਂ, ਜਾਂ ਮੈਂ ਘਰ ਦੇ ਕਿਸੇ ਮੈਂਬਰ ਨੂੰ ਕਹਾਂ ਕਿ ਮੈਨੂੰ ਭੁੱਖ ਲੱਗੀ, ਤੇ ਉਹ ਕਵੇ ਚਲੋ ਕੋਈ ਨਹੀਂ, ਅਸੀਂ ਵੀਰ ਭਰਾ ਤੁਹਾਨੂੰ ਰੋਟੀ ਪਕਾ ਕੇ ਖਵਾ ਦਿੰਦੇ ਹਾਂ। ਉਦਮ ਤਾਂ ਕਰਨਾ ਪਏਗਾ ਨਾ। ਤੇ ਜੇ ਮੈਂ ਉਦਮ ਹੀ ਨਾ ਕਰਾਂ ਤਾਂ ਫਿਰ ਤਾਂ ਭੁੱਖ ਦੇ ਨਾਲ ਹੀ ਮਰਾਂਗਾ ਨਾ। ਪਿਆਸ ਲੱਗੀ ਹੋਵੇ ਤਾਂ ਪਿਆਸ ਬੁਝ ਸਕਦੀ ਹੈ ਪਾਣੀ ਪੀਣ ਨਾਲ, ਪਰ ਪਾਣੀ ਪੀਣ ਲਈ ਉਦਮ ਤਾਂ ਕਰਨਾ ਪਏਗਾ ਨਾ। ਹੁਣ ਰੱਬੀ ਗੁਣਾਂ ਵਾਲੀ ਸੋਚ ਮਿਲ ਤੇ ਸਕਦੀ ਹੈ, ਕੋਈ ਵੀ ਬਣਾ ਸਕਦਾ ਹੈ, ਪਰ ਉਹਦੇ ਵਾਸਤੇ ਯਤਨ ਤਾਂ ਕਰਨਾ ਪਏਗਾ ਨਾ। ਹੁਣ ਜੇ ਬੰਦਾ ਬੋਲੇ ਝੂਠ ਔਰ ਚਾਹੇ ਕਿ ਮੈਨੂੰ ਸੱਚ ਵਾਲਾ ਸੁੱਖ ਮਿਲੇ, ਤਾਂ ਇਹ ਤਾਂ ਨਹੀਂ ਨਾ ਹੋਣਾ ਕਦੇ। ਤਾਂ ਗੁਰੂ ਜੀ ਕਹਿੰਦੇ ਨੇ ਕਿ ਮੈਂ ਉਹਨਾਂ ਦੀ ਚਰਨ ਧੂੜ ਬਾਂਛਦਾ, ਮੈਂ ਵੀ ਚਾਹੁੰਦਾ ਮੈਨੂੰ ਉਹਨਾਂ ਦੀ ਸੋਚ ਮਿਲੇ, ਲੇਕਿਨ ਇਹ ਸੋਚ ਜਿਹੜੀ ਹੈ ਪੱਲੇ ਪੈਂਦੀ ਹੈ ਕਰਮੀ ਉਦਮ ਦੁਆਰਾ, ਉਦਮ ਕਰਕੇ। ਜੋ ਰੱਤੇ ਰੰਗ ਗੋਵਿੰਦ ਕੈ, ਹੋਂ ਤਿਨ ਬਲਿਹਾਰੇ ਜਾਉ। ਜੋ ਮਨੁੱਖ ਪ੍ਰਭੂ ਦੇ ਪਿਆਰ ਵਿੱਚ ਰੰਗੇ ਹੋਏ ਨੇ, ਮੈਂ ਉਹਨਾਂ ਤੋਂ ਬਲਿਹਾਰ ਜਾਂਦਾ ਹਾਂ, ਕੁਰਬਾਨ ਜਾਂਦਾ ਹਾਂ, ਉਹਨਾਂ ਅੱਗੇ ਸਮਰਪਣ ਕਰਦਾ ਹਾਂ। ਤਾਂ ਇੱਥੇ ਸਾਨੂੰ ਨੁਕਤਾ ਮਿਲ ਰਿਹਾ ਹੈ ਕਿ ਉਹ ਸੋਚ ਸਾਨੂੰ ਕਿਵੇਂ ਮਿਲੇਗੀ। ਜੇ ਅਸੀਂ ਐਸੇ ਲੋਕਾਂ ਤੋਂ ਬਲਿਹਾਰ ਵਾਰਨੇ ਸਦਕੇ ਜਾਈਏ ਜੋ ਰੱਬੀ ਗੁਣਾਂ ਦੇ ਰੰਗ ਦੇ ਅੰਦਰ ਰੱਬੀ ਪ੍ਰੇਮ ਵਿੱਚ ਰੰਗੇ ਹੋਏ ਨੇ, ਉਹਨਾਂ ਦੀ ਸੰਗਤ ਕਰੀਏ, ਉਹਨਾਂ ਦਾ ਆਦਰ ਕਰੀਏ, ਸਤਿਕਾਰ ਕਰੀਏ, ਉਹਨਾਂ ਦੀ ਸੰਗਤ ਕਰੀਏ, ਔਰ ਫਿਰ ਉਹਨਾਂ ਦੇ ਨਾਲ ਗੱਲਬਾਤ ਕਰੀਏ ਵੀ ਤੁਸੀਂ ਐਵੇਂ ਦੀ ਸੋਚ ਕਿਵੇਂ ਬਣਾ ਲਈ, ਇਹਦਾ ਸਾਧਨ ਕੀ ਹੈ। ਤਾਂ ਉਹਨਾਂ ਦੇ ਨਾਲ ਜਦੋਂ ਗੱਲਬਾਤ ਕਰਾਂਗੇ, ਉਹ ਦੱਸਣਗੇ ਨਾ ਕਿ ਐਵੇਂ ਜ਼ਿੰਦਗੀ ਜੀਵੀ ਜਾ ਸਕਦੀ ਹੈ। ਏਕ ਪਿਤਾ ਏਕਸ ਕੇ ਹਮ ਬਾਰਿਕ, ਤੂੰ ਮੇਰਾ ਗੁਰਹਾਈ। ਤੇ ਗੁਰੂ ਜੀ ਸ਼ਬਦ ਵਿੱਚ ਕਹਿੰਦੇ ਨੇ, ਸੁਣ ਮੀਤਾ ਜੀਓ ਹਮਾਰਾ ਬਲਬਲ ਜਾਸੀ, ਹਰ ਦਰਸ਼ਨ ਦੇਹੁ ਦਿਖਾਈ। ਕਿ ਮਿੱਤਰਾ, ਮੈਂ ਆਪਣੇ ਜਿੰਦ ਜਾਨ ਤੇਰੇ ਤੋਂ ਕੁਰਬਾਨ ਕਰ ਦਿਆਂਗਾ, ਮੈਨੂੰ ਰੱਬ ਦਾ ਦਰਸ਼ਨ ਕਰਾ ਦੇ। ਕਿਵੇਂ ਹੋਏਗਾ ਦਰਸ਼ਨ? ਪਾਮ ਮਲੋਵਾਂ ਮਲਮਲ ਧੋਵਾਂ, ਇਹ ਮਨ ਤੈਂਕੂ ਦੇਸਾਂ। ਸੁਣ ਮੀਤਾ ਹੁਣ ਤੇਰੀ ਸ਼ਰਨਾਈ ਆਇਆ, ਪ੍ਰਭ ਮਿਲੋਂ ਦੇਹੁ ਉਪਦੇਸ਼ਾ। ਮਿੱਤਰਾ, ਮੈਂ ਤੇਰੀ ਸ਼ਰਨ ਵਿੱਚ ਆਇਆ, ਮੈਂ ਰੱਬ ਦੇ ਨਾਲ ਮਿਲਾਂ, ਮੈਨੂੰ ਵੀ ਕੋਈ ਉਪਦੇਸ਼ ਤੇ ਰਾਹ ਦੱਸ। ਤੇ ਫਿਰ ਉਹ ਰੱਬ ਦਾ ਪਿਆਰਾ ਜੋ ਰੱਬ ਨਾਲ ਮਿਲਿਆ, ਰਾਹ ਦੱਸ ਰਿਹਾ ਹੈ। ਮਾਨ ਨਾ ਕੀਜੈ, ਸਰਨ ਪਰੀਜੈ, ਕਰੈ ਸੋ ਭਲਾ ਮਨਾਈਐ। ਉਹ ਇਹ ਨਹੀਂ ਕਹਿੰਦਾ ਕਿ ਮੇਰੀ ਗੱਲ ਮੰਨ, ਉਹਨੇ ਸਲਾਹ ਦਿੱਤੀ ਵੀ ਮਾਨ ਨਾ ਕਰ, ਰੱਬ ਦੇ ਚਰਨਾਂ ਦੀ ਸ਼ਰਨ ਲੈ ਲੈ। ਕਰੈ ਸੋ ਭਲਾ ਮਨਾਈ, ਜੋ ਰੱਬ ਕਰਦਾ ਹੈ ਉਹਨੂੰ ਭਲਾ ਕਰਕੇ ਮਨ, ਭਾਵ ਰੱਬੀ ਹੁਕਮ ਵਿੱਚ ਤੁਰ। ਸੁਣ ਮੀਤਾ ਜੀਉ ਪਿੰਡ ਸਭ ਤਨ ਅਰਪੀਜੈ, ਇਉਂ ਦਰਸ਼ਨ ਹਰ ਜੀਉ ਪਾਈਐ। ਕਿ ਜੇ ਤਨ ਮਨ ਧਨ ਕਰਕੇ ਗੁਰੂ ਦੇ ਦੱਸੇ ਰਾਹਾਂ ਤੇ ਚੱਲੇ ਤਾਂ ਐਵੇਂ ਤੂੰ ਵੀ ਦਰਸ਼ਨ ਪਾ ਲੇਗਾ। ਤਾਂ ਮਤਲਬ
ਜਿਹੜੇ ਗੋਬਿੰਦ ਦੇ ਪ੍ਰੇਮ ਨਾਲ ਰੰਗੇ ਨੇ, ਜੋ ਗੁਰਮਤ ਵਾਲੀ ਜ਼ਿੰਦਗੀ ਜੀ ਰਹੇ ਨੇ, ਉਹਨਾਂ ਦੀ ਸੰਗਤ ਕਰਨੀ, ਉਹਨਾਂ ਤੋਂ ਕੁਰਬਾਨ ਜਾਣਾ। ਆਖਾਂ ਬਿਰਥਾ ਜੀ ਕੀ ਹਰ ਸੱਜਣ ਮੇਲੋ ਰਾਏ। ਰਾਏ ਦਾ ਮਤਲਬ ਰਾਜਾ, ਬਿਰਥਾ ਦਾ ਮਤਲਬ ਵੇਦਨਾ, ਵੇਦਨਾ ਦਿਲ ਦੀ ਬਿਰਥਾ, ਮਨ ਦੀ ਪੀੜਾ। ਮੈਂ ਉਹਨਾਂ ਅੱਗੇ ਆਪਣੇ ਦਿਲ ਦਾ ਦੁੱਖ ਦੱਸਦਾ ਹਾਂ, ਆਪਣੇ ਦਿਲ ਦੀ ਵੇਦਨਾ ਦੱਸਦਾ ਹਾਂ, ਜਿਹੜੇ ਪ੍ਰਭੂ ਦੇ ਰਾਹਾਂ ਤੇ ਚੱਲ ਰਹੇ ਨੇ, ਕਿ ਮੈਨੂੰ ਵੀ ਰੱਬ ਦੇ ਨਾਲ ਮਿਲਾ ਦਿਓ, ਮੈਨੂੰ ਵੀ ਐਸਾ ਰਾਸਤਾ ਦੱਸੋ ਕਿ ਮੇਰੀ ਵੀ ਐਸੀ ਜ਼ਿੰਦਗੀ ਬਣ ਜਾਏ, ਐਸੀ ਸੋਚ ਬਣ ਜਾਏ। ਤਾਂ ਫਿਰ ਉਹ ਕੀ ਦੱਸ ਰਹੇ ਨੇ? ਗੁਰਪੂਰੇ ਮਿਲਾਇਆ ਜਨਮ ਮਰਨ ਦੁੱਖ ਜਾਏ। ਗੁਰਪੂਰੇ ਮਿਲਾਇਆ ਦਾ ਮਤਲਬ ਉਹ ਫਿਰ ਦੱਸ ਰਹੇ ਨੇ ਕਿ ਪਿਆਰਿਆ, ਜਿਸ ਮਨੁੱਖ ਨੂੰ ਪੂਰੇ ਸਤਿਗੁਰ ਨੇ ਪ੍ਰਭੂ ਨਾਲ ਮਿਲਾਇਆ ਹੈ, ਭਾਵ ਕਿ ਗੁਰੂ ਮਿਲਾ ਸਕਦਾ ਹੈ, ਗੁਰੂ ਦੇ ਦੱਸੇ ਰਾਹ ਤੇ ਚੱਲੇ ਤਾਂ ਤੂੰ ਵੀ ਮਿਲ ਸਕਦਾ ਹੈ। ਗੁਰੂ ਨੇ ਪ੍ਰਭੂ ਦੇ ਨਾਲ ਮਿਲਾਇਆ ਹੈ, ਗੁਰੂ ਦੇ ਜਰੀਏ ਪ੍ਰਭੂ ਨਾਲ ਮਿਲਿਆ ਜਾ ਸਕਦਾ ਹੈ, ਰੱਬੀ ਗੁਣਾਂ ਨਾਲ ਸਾਂਝ ਪਾਈ ਜਾ ਸਕਦੀ ਹੈ, ਕਿਉਂਕਿ ਗੁਰੂ ਸਾਨੂੰ ਗਿਆਨ ਦੀ ਦਾਤ ਦੇਵੇਗਾ, ਵਿਵੇਕ ਬੁੱਧ ਬਖਸ਼ੇਗਾ, ਕਾਮਨ ਸੈਂਸ ਦੇਵੇਗਾ। ਤੇ ਜਿਨ੍ਹਾਂ ਨੂੰ ਗੁਰੂ ਨੇ ਪ੍ਰਭੂ ਨਾਲ ਮਿਲਾ ਦਿੱਤਾ, ਜਨਮ ਮਰਨ ਦੁੱਖ ਜਾਏ। ਜਨਮ ਮਰਨ ਦਾ ਮਤਲਬ ਜਨਮ ਤੋਂ ਲੈ ਕੇ ਮਰਨ ਤੱਕ ਦਾ, ਦੁੱਖ ਜਾਏ ਦਾ ਮਤਲਬ ਦੁੱਖ ਚਲਾ ਜਾਂਦਾ ਹੈ। ਜਨਮ ਮਰਨ ਦੁੱਖ ਜਾਏ ਦਾ ਮਤਲਬ ਸਾਰੀ ਉਮਰ ਦਾ ਦੁੱਖ ਚਲਾ ਜਾਂਦਾ ਹੈ, ਸਾਰੀ ਜ਼ਿੰਦਗੀ ਦਾ ਫਿਰ ਉਹਨਾਂ ਦਾ ਦੁੱਖ ਖਤਮ ਹੋ ਜਾਂਦਾ ਹੈ। ਉਹਨਾਂ ਨੂੰ ਮੁੜ ਕੇ ਸਾਰਾ ਜੀਵਨ ਕੋਈ ਦੁੱਖ ਨਹੀਂ ਮਿਲਦਾ, ਉਹ ਸੁਖੀ ਰਹਿੰਦੇ ਨੇ। ਜਨ ਨਾਨਕ ਪਾਇਆ ਅਗੰਮ ਰੂਪ, ਅਨੰਤ ਨਾ ਕਾਹੂ ਜਾਏ। ਅਗੰਮ ਦਾ ਮਤਲਬ ਅਪਹੁੰਚ, ਅਗੰਮ ਰੂਪ ਦਾ ਮਤਲਬ ਉਹ ਪ੍ਰਭੂ ਜਿਸ ਦੇ ਸਰੂਪ ਦੀ ਮੁਕੰਮਲ ਸਮਝ ਨਹੀਂ ਪੈ ਸਕਦੀ। ਅਨੰਤ ਦਾ ਮਤਲਬ ਕਿਸੇ ਹੋਰ ਥਾਂ ਤੇ। ਹੇ ਨਾਨਕ, ਉਸ ਮਨੁੱਖ ਨੂੰ ਅਪਹੁੰਚ ਪ੍ਰਭੂ ਮਿਲ ਪੈਂਦਾ ਹੈ ਜੋ ਗੁਰੂ ਦੱਸੇ ਰਾਹਾਂ ਤੇ ਚੱਲਦਾ ਹੈ। ਅਨੰਤ ਨਾ ਕਾਹੂ ਜਾਏ, ਤੇ ਫਿਰ ਉਹ ਰੱਬ ਨੂੰ ਛੱਡ ਕੇ ਹੋਰ ਕਿਸੇ ਪਾਸੇ ਨਹੀਂ ਜਾਂਦਾ, ਫਿਰ ਉਹਦਾ ਮਨ ਹੋਰ ਕਿਤੇ ਨਹੀਂ ਭਟਕਦਾ। ਫਿਰ ਉਹਨੂੰ ਸਮਝ ਆ ਜਾਂਦੀ ਕਿ ਹਰ ਚੀਜ਼ ਇੱਥੇ ਰੱਬੀ ਹੁਕਮ ਦੇ ਅੰਦਰ, ਕਾਨੂੰਨ ਦੇ ਅੰਦਰ, ਕੁਦਰਤ ਦੇ ਨਿਯਮਾਂ ਵਿੱਚ, ਰਜਾ ਭਾਣੇ ਵਿੱਚ ਚੱਲ ਰਹੀ ਹੈ। ਉਹ ਫਿਰ ਰਜਾ ਭਾਣੇ ਤੋਂ ਦੂਰ ਨਹੀਂ ਜਾਂਦਾ, ਉਹ ਫਿਰ ਉਹਦਾ ਮਨ ਸਦਾ ਵਾਸਤੇ ਰੱਬੀ ਗੁਣਾਂ ਦੇ ਨਾਲ ਜੁੜ ਜਾਂਦਾ ਹੈ। ਉਹ ਫਿਰ ਹੋਰ ਥਾਵਾਂ ਤੇ ਇਧਰ ਉਧਰ ਉਹਦਾ ਮਨ ਨਹੀਂ ਭਟਕਦਾ। ਮਹਿਲਾ ਪੰਜਵਾਂ। ਧਨ ਸੋ ਵੇਲਾ ਘੜੀ ਧਨ, ਧਨ ਮੂਰਤ ਪਲ ਸਾਰ। ਸਾਰ ਦਾ ਮਤਲਬ ਸ੍ਰੇਸ਼ਟ। ਉਹ ਵੇਲਾ, ਉਹ ਘੜੀ, ਉਹ ਪਲ, ਉਹ ਮਹੂਰਤ ਭਾਗਾਂ ਵਾਲੇ ਨੇ, ਉਹ ਸਮਾਂ ਸੋਹਣਾ ਹੈ। ਧਨ ਸੋ ਦਿਨਸ ਸੰਜੋਗੜਾ, ਜਿਤ ਡਿਠਾ ਗੁਰ ਦਰਸਾਰ। ਧਨ ਸੋ ਦਿਨਸ ਸੰਜੋਗੜਾ, ਦਿਨਸ ਦਾ ਮਤਲਬ ਦਿਨ, ਸੰਜੋਗੜਾ ਦਾ ਮਤਲਬ ਸੋਹਣਾ ਸੰਜੋਗ, ਡਿਠਾ ਦਾ ਮਤਲਬ ਵੇਖਿਆ, ਗੁਰ ਦਰਸਾਰ ਦਾ ਮਤਲਬ ਗੁਰੂ ਦਾ ਦਰਸ਼ਨ। ਉਹ ਦਿਨ ਤੇ ਉਹ ਸੰਜੋਗ ਮੁਬਾਰਕ ਨੇ ਜਦੋਂ ਸਤਿਗੁਰੂ ਦਾ ਦਰਸ਼ਨ ਹੁੰਦਾ ਹੈ, ਜਦੋਂ ਗੁਰੂ ਤੋਂ ਗਿਆਨ ਦੀ ਦਾਤ ਲਈਦੀ ਹੈ, ਜਦੋਂ ਗੁਰੂ ਦੀ ਵਿਚਾਰਧਾਰਾ ਨੂੰ ਅਪਣਾਈਦਾ, ਜਦੋਂ ਗੁਰੂ ਦੇ ਨਾਲ ਸਾਡਾ ਮਿਲਾਪ ਹੁੰਦਾ, ਜਦੋਂ ਅਸੀਂ ਗੁਰੂ ਦੀ ਸ਼ਰਨ ਵਿੱਚ ਆਉਂਦੇ ਹਾਂ। ਗੁਰ ਦਰਸਾਰ ਦਾ ਮਤਲਬ ਗੁਰੂ ਦਾ ਦਰਸ਼ਨ, ਗੁਰੂ ਦੇ ਗਿਆਨ ਦੀ ਦਾਤ ਹਾਸਲ ਕਰਨੀ, ਗੁਰੂ ਦੀ ਸ਼ਰਨ ਵਿੱਚ ਆਉਣਾ। ਉਹ ਦਿਨ, ਉਹ ਸੰਜੋਗ, ਉਹ ਸਮਾਂ ਸੁਹਾਵਣਾ ਹੈ ਜਦੋਂ ਅਸੀਂ ਗੁਰੂ ਦੀ ਸ਼ਰਨ ਵਿੱਚ ਆਉਂਦੇ ਹਾਂ ਔਰ ਗੁਰੂ ਤੋਂ ਗਿਆਨ ਦੀ ਦਾਤ ਲੈਂਦੇ ਹਾਂ। ਜਿਸ ਸਮੇਂ ਅਸੀਂ ਗੁਰੂ ਦੇ ਦੱਸੇ ਰਾਹਾਂ ਤੇ ਚੱਲਦੇ ਹਾਂ, ਉਹਦੇ ਨਾਲ ਕੀ ਹੁੰਦਾ ਹੈ? ਗੁਰੂ ਗਿਆਨ ਨੂੰ ਹਾਸਲ ਕਰਨ ਨਾਲ ਮਨ ਕੀ ਇੱਛਾ ਪੂਰੀਆਂ, ਹਰ ਪਾਇਆ ਅਗਮ ਅਪਾਰ। ਅਗਮ ਦਾ ਮਤਲਬ ਅਪਹੁੰਚ, ਅਪਾਰ ਦਾ ਮਤਲਬ ਜਿਹਦਾ ਪਰਲਾ ਬੰਨਾ ਨਹੀਂ ਲੱਭਦਾ, ਜਿਹਦਾ ਅੰਤ ਨਹੀਂ। ਤਾਂ ਸਤਿਗੁਰ ਦੇ ਗਿਆਨ ਦੀ ਬਰਕਤ ਨਾਲ ਮਨ ਦੀਆਂ ਸਾਰੀਆਂ ਇੱਛਾ ਪੂਰੀਆਂ ਹੋ ਜਾਂਦੀਆਂ ਨੇ। ਅਗੰਮ ਪ੍ਰਭੂ ਮਿਲ ਪੈਂਦਾ ਹੈ। ਸਾਰੀਆਂ ਇੱਛਾ ਪੂਰੀਆਂ ਹੋਣ ਦਾ ਮਤਲਬ ਹੈ ਕਿ ਮਨ ਵਾਸ਼ਨਾ ਤੋਂ ਰਹਿਤ ਹੋ ਜਾਂਦਾ ਹੈ। ਇਹ ਨਹੀਂ ਕਿ ਮਨ ਦੀਆਂ ਇੱਛਾ ਕਾਰਾਂ ਕੋਠੀਆਂ ਮਿਲ ਜਾਂਦੀਆਂ ਨੇ। ਮਨ ਦੀਆਂ ਇੱਛਾ ਪੂਰੀਆਂ ਹੋਣ ਦਾ ਮਤਲਬ ਮਨ ਦੀਆਂ ਜਿਹੜੀਆਂ ਵਾਸ਼ਨਾਵਾਂ ਨੇ ਉਹ ਖਤਮ ਹੋ ਜਾਂਦੀਆਂ ਨੇ, ਮਨ ਦੀਆਂ ਵਾਸ਼ਨਾਵਾਂ ਮੁੱਕ ਜਾਂਦੀਆਂ ਨੇ। ਹਰ ਪਾਇਆ ਅਗਮ ਅਪਾਰ,
ਔਰ ਜੋ ਪਹੁੰਚ ਤੋਂ ਪਰੇ ਪਾਰ ਤੋਂ ਰਹਿਤ ਪ੍ਰਭੂ ਹੈ ਬੰਦਾ ਉਹਨੂੰ ਪਾ ਲੈਂਦਾ ਹੈ। ਜਿਵੇਂ ਇੱਕ ਨਦੀ ਦਾ ਪਾਣੀ ਵਹਿ ਰਿਹਾ ਹੈ, ਪਰ ਜਦੋਂ ਸਮੁੰਦਰ ਵਿੱਚ ਜਾ ਮਿਲੇ ਹੁਣ ਅੱਗੇ ਤੇ ਜਾਣ ਲਈ ਕੋਈ ਜਗ੍ਹਾ ਹੀ ਨਹੀਂ ਹੈ, ਉਹ ਸਮੁੰਦਰ ਦਾ ਰੂਪ ਹੋ ਜਾਂਦੀ ਹੈ ਨਾ। ਇਸੇ ਤਰ੍ਹਾਂ ਜਦੋਂ ਬੰਦੇ ਦੀ ਸੋਚ ਰੱਬ ਦੇ ਅੰਦਰ ਮਿਲ ਜਾਏ, ਫਿਰ ਪਾਣ ਵਾਸਤੇ ਬਾਕੀ ਕੁਝ ਬਚਦਾ ਨਹੀਂ। ਉਹਦੀਆਂ ਵਾਸਨਾਵਾਂ ਤ੍ਰਿਸ਼ਨਾਵਾਂ ਮੁੱਕ ਜਾਂਦੀਆਂ ਨੇ, ਜੋ ਪ੍ਰਭੂ ਨੂੰ ਪਾ ਲੈਂਦਾ ਹੈ। ਹੁਣ ਪ੍ਰਭੂ ਨੂੰ ਪਾਣ ਦਾ ਮਤਲਬ ਜੋ ਰੱਬੀ ਗੁਣਾਂ ਨੂੰ ਪਾ ਲਵੇਗਾ, ਉਹਦੇ ਵਿੱਚੋਂ ਵਾਸ਼ਨਾਵਾਂ ਪਾਪ ਵਿਕਾਰ ਮੁੱਕ ਜਾਣਗੇ। ਜੇ ਇਹ ਨੈਗੇਟਿਵਿਟੀ, ਨਕਾਰਾਤਮਕ ਵਿਚਾਰ, ਮਾੜੀ ਸੋਚ ਖਤਮ ਹੋ ਗਈ ਹੈ ਔਰ ਗੁਣਾਂ ਵਾਲੀ ਸੋਚ ਅੰਦਰ ਪ੍ਰਗਟ ਹੋ ਗਈ, ਤੇ ਸਮਝ ਲਓ ਤੁਸੀਂ ਰੱਬ ਨੂੰ ਪਾ ਲਿਆ। ਇਹੀ ਰੱਬ ਦਾ ਪਾਣਾ ਹੈ। ਹਉਮੈ ਟੁੱਟਾ ਮੋਹੜਾ, ਇੱਕ ਸੱਚ ਨਾਮ ਆਧਾਰ। ਮੋਹੜਾ ਦਾ ਮਤਲਬ ਚੰਦਰਾ ਮੋਹ, ਹਉਮੈ ਦਾ ਮੋਹ। ਸੱਚ ਨਾਮ ਆਧਾਰ, ਆਧਾਰ ਦਾ ਮਤਲਬ ਆਸਰਾ, ਬੇਸ। ਹਉਮੈ ਨਾਸ ਹੋ ਜਾਂਦੀ ਹੈ, ਚੰਦਰਾ ਮੋਹ ਅੰਦਰੋਂ ਮੁੱਕ ਜਾਂਦਾ ਹੈ, ਤੇ ਪ੍ਰਭੂ ਦਾ ਜੋ ਸਦਾ ਕਾਇਮ ਰਹਿਣ ਵਾਲਾ ਹੁਕਮ ਹੈ, ਉਹ ਜ਼ਿੰਦਗੀ ਦਾ ਆਧਾਰ ਬਣ ਜਾਂਦਾ ਹੈ, ਜੀਵਨ ਦਾ ਆਸਰਾ ਬਣ ਜਾਂਦਾ ਹੈ। ਰੱਬੀ ਗੁਣ ਜੀਵਨ ਦਾ ਆਸਰਾ ਬਣ ਜਾਂਦੇ ਨੇ। ਸਾਚ ਨਾਮ ਆਧਾਰ ਮੇਰਾ, ਜਿਨ ਭੁੱਖਾਂ ਸਭ ਗਵਾਈਆਂ। ਬਾਕੀ ਸਭ ਭੁੱਖਾਂ ਮਿਟ ਜਾਂਦੀਆਂ ਨੇ ਜਦੋਂ ਗੁਣਾਂ ਨੂੰ ਜੀਵਨ ਦਾ ਆਧਾਰ ਜੋ ਇਨਸਾਨ ਬਣਾ ਲੈਂਦਾ ਨਾ, ਰੱਬੀ ਹੁਕਮ ਨੂੰ ਜੀਵਨ ਦਾ ਆਧਾਰ ਬਣਾ ਲੈਂਦਾ ਹੈ, ਫਿਰ ਉਹਦੀ ਹਉਮੈ ਮੁੱਕ ਜਾਂਦੀ। ਉਹਨੂੰ ਪਤਾ ਹੁੰਦਾ ਹੈ ਵੀ ਹੁਕਮ ਤੋਂ ਬਾਹਰ, ਸਿਸਟਮ ਤੋਂ ਬਾਹਰ ਮੈਂ ਕੁਝ ਕਰ ਨਹੀਂ ਸਕਦਾ। ਹੁਕਮ ਬੇਸ ਬਣ ਗਿਆ। ਜਦੋਂ ਸੱਚ ਬੇਸ ਬਣ ਗਿਆ, ਝੂਠ ਆਦਿ ਮੁੱਕ ਜਾਂਦੇ ਨੇ। ਜਦੋਂ ਅੰਦਰ ਪ੍ਰੇਮ ਪੈਦਾ ਹੋ ਜਾਏ ਤਾਂ ਜਿਹੜੀ ਸੈਲਫਿਸ਼ਨੈਸ ਹੈ ਉਹ ਮੁੱਕ ਜਾਂਦੀ ਹੈ। ਤਾਂ ਗੁਰੂ ਜੀ ਕਹਿੰਦੇ ਨੇ, ਜਿਨ੍ਹਾਂ ਨੇ ਇੱਕ ਸੱਚੇ ਨਾਮ ਨੂੰ, ਰੱਬੀ ਹੁਕਮ ਨੂੰ ਜ਼ਿੰਦਗੀ ਦਾ ਆਸਰਾ ਬਣਾ ਲਿਆ, ਉਹਨਾਂ ਦੀ ਜ਼ਿੰਦਗੀ ਦੇ ਵਿੱਚੋਂ ਚੰਦਰਾ ਮੋਹ ਔਰ ਹਉਮੈ ਖਤਮ ਹੋ ਜਾਂਦੀ ਹੈ। ਜਨ ਨਾਨਕ ਲੱਗਾ ਸੇਵ ਹਰ, ਉਧਰਿਆ ਸਗਲ ਸੰਸਾਰ। ਤਾਂ ਗੁਰੂ ਜੀ ਕਹਿੰਦੇ ਨੇ, ਦਾਸ ਨਾਨਕ ਵੀ ਹਰੀ ਦੀ ਸੇਵਾ ਵਿੱਚ ਲੱਗਾ ਹੈ, ਕਿਉਂਕਿ ਨਾਨਕ ਦੇ ਕੱਕੇ ਥੱਲੇ ਔਂਕੜ ਹੈ, ਜਨ ਦੇ ਨੰਨੇ ਥੱਲੇ ਵੀ ਔਂਕੜ ਹੈ। ਜਨ ਨਾਨਕ ਦਾ ਵਿਸ਼ੇਸ਼ਣ ਹੈ, ਤੇ ਇੱਥੇ ਗੁਰੂ ਜੀ ਆਪਣੇ ਵਾਸਤੇ ਕਹਿ ਰਹੇ ਨੇ, ਜਨ ਨਾਨਕ ਲੱਗਾ ਸੇਵ ਹਰ, ਕਿ ਦਾਸ ਨਾਨਕ ਵੀ ਰੱਬ ਦੀ ਸੇਵਾ ਵਿੱਚ ਲੱਗਾ ਹੈ। ਕਿਹੜੇ ਰੱਬ ਦੀ ਸੇਵਾ ਵਿੱਚ? ਉਧਰਿਆ ਸਗਲ ਸੰਸਾਰ, ਜਿਹਦੀ ਸੇਵਾ ਵਿੱਚ ਲੱਗ ਕੇ, ਜਿਹਦੇ ਹੁਕਮ ਵਿੱਚ ਲੱਗ ਕੇ ਸਾਰਾ ਸੰਸਾਰ ਵਿਕਾਰਾਂ ਤੋਂ ਬਚ ਜਾਂਦਾ ਹੈ। ਮੈਂ ਵੀ ਉਸ ਪ੍ਰਭੂ ਦੇ ਹੁਕਮ ਦੀ ਵਿੱਚ ਚੱਲ ਰਿਹਾ ਹਾਂ। ਪੌੜੀ, ਸਿਫਤ ਸਲਾਹਣ ਭਗਤ ਵਿਰਲੇ ਦਿੱਤੀਆਂ। ਦਿੱਤੀਆਂ ਦਾ ਮਤਲਬ ਦਿੱਤੀ ਹੈ। ਸਿਫਤ ਸਲਾਹਣ ਭਗਤ, ਸਿਫਤ ਸਲਾਹ ਔਰ ਪ੍ਰਭੂ ਦੀ ਪ੍ਰੀਤ ਪ੍ਰਭੂ ਨੇ ਕਿਸੇ ਵਿਰਲੇ ਭਾਗਾਂ ਵਾਲੇ ਨੂੰ ਦਿੱਤੀ ਹੈ। ਭਾਵ ਕਿ ਉਹ ਵਿਰਲੇ ਨੇ ਜਿਨ੍ਹਾਂ ਦੇ ਕੋਲ ਪ੍ਰਭੂ ਦੀ ਸਿਫਤ ਸਲਾਹ ਹੈ, ਜੋ ਪ੍ਰਭੂ ਦੀ ਸਿਫਤ ਸਲਾਹ ਕਰਦੇ ਨੇ, ਰੱਬੀ ਗੁਣਾਂ ਦੇ ਨਾਲ ਪਿਆਰ ਕਰਦੇ ਨੇ। ਉਹ ਵਿਰਲੇ ਨੇ ਜਿਨ੍ਹਾਂ ਨੂੰ ਪ੍ਰਭੂ ਨੇ ਇਹ ਦਾਤ ਦਿੱਤੀ ਹੈ। ਭਾਵ ਜਿਨ੍ਹਾਂ ਨੇ ਇਹ ਦਾਤ ਨੂੰ ਅਪਣਾਇਆ ਹੈ, ਜਿਨ੍ਹਾਂ ਨੇ ਇਸ ਸੋਚ ਨੂੰ ਅਪਣਾਇਆ ਹੈ, ਉਹ ਵਿਰਲੇ ਨੇ। ਹੈਨ ਵਿਰਲੇ ਨਾ ਹੀ ਕਣੇ ਫੈਲ ਫਕਰ ਸੰਸਾਰ। ਸੌਂਪੇ ਜਿਸ ਭੰਡਾਰ, ਫਿਰ ਪੁੱਛ ਨਾ ਲੀਤੀਆਂ। ਭੰਡਾਰ ਦਾ ਮਤਲਬ ਸਿਫਤ ਸਲਾਹ ਦੇ ਖਜ਼ਾਨੇ। ਪੁੱਛ ਦਾ ਮਤਲਬ ਹੁੰਦਾ ਹੈ ਕੀਤੇ ਕਰਮਾਂ ਦਾ ਲੇਖਾ। ਲੀਤੀਆਂ ਦਾ ਮਤਲਬ ਲੈਣਾ, ਲਈ। ਤਾਂ ਜਿਸ ਮਨੁੱਖ ਨੂੰ ਪ੍ਰਭੂ ਨੇ ਸਿਫਤ ਸਲਾਹ ਦੇ ਖਜ਼ਾਨੇ ਸੌਂਪੇ ਨੇ, ਉਸ ਪਾਸੋਂ ਫਿਰ ਕੀਤੇ ਕਰਮਾਂ ਦਾ ਲੇਖਾ ਨਹੀਂ ਲਿਆ ਜਾਂਦਾ। ਹੁਣ ਸਿਫਤ ਸਲਾਹ ਦੇ ਖਜ਼ਾਨੇ ਜਿਹਨੂੰ ਸੌਂਪੇ ਨੇ, ਕੋ ਸੌਂਪੇ ਤੇ ਰੱਬ ਨੇ ਸਾਰਿਆਂ ਨੂੰ ਹੋਏ ਨੇ ਕਰੀਬ ਕਰੀਬ। ਆਪਾਂ ਇਹ ਰੋਜ਼ ਬੇਨਤੀ ਮੈਂ ਕਰ ਰਿਹਾ ਕਿ ਦੁਨੀਆ ਦਾ ਕੋਈ ਵੀ ਇਨਸਾਨ ਐਸਾ ਨਹੀਂ ਜਿਹਦੇ ਅੰਦਰ ਸ਼ੁਭ ਗੁਣ ਨਹੀਂ। ਜਿਹੜਾ ਬੰਦਾ ਇਹ ਕਹੇ ਕਿ ਮੇਰੇ ਵਿੱਚ ਇਹ ਗੁਣ ਨਹੀਂ, ਮੈਂ ਤੇ ਜੀ ਸੱਚ ਬੋਲ ਨਹੀਂ ਸਕਦਾ, ਮੈਂ ਦਇਆ ਕਰ ਨਹੀਂ ਸਕਦਾ, ਪ੍ਰੇਮ ਨਾਲ ਰਹਿ ਨਹੀਂ ਸਕਦਾ, ਹਾਂ ਇਹ ਗੱਲ ਵੱਖਰੀ ਹੈ। ਕੋਈ ਰਹਿਣਾ ਨਹੀਂ ਚਾਹੁੰਦਾ, ਸੱਚ ਬੋਲਣਾ ਨਹੀਂ ਚਾਹੁੰਦਾ, ਇੱਕ ਵੱਖਰਾ ਟੌਪਿਕ ਹੈ। ਲੇਕਿਨ ਸ਼ੁਭ ਗੁਣਾਂ ਦੀ ਪੋਸਿਬਿਲਿਟੀ ਹਰ ਇਨਸਾਨ ਦੇ ਅੰਦਰ ਹੈ, ਔਰ ਹਰ ਇਨਸਾਨ ਦੇ ਅੰਦਰ ਅਨੰਤ ਅਨੰਤ ਗੁਣ ਨੇ। ਉਹ ਕਿਸੇ ਵੀ ਗੁਣ ਦਾ ਜਿੰਨਾ ਚਾਹੇ ਵਿਕਾਸ ਕਰ ਸਕਦਾ ਹੈ। ਤਾਂ ਸੌਂਪੇ ਜਿਸ ਭੰਡਾਰ, ਜਿਸ ਨੂੰ ਪ੍ਰਭੂ ਨੇ ਅੰਦਰ ਪੈ ਭੰਡਾਰੇ ਸੌਂਪੇ ਨੇ, ਭਾਵ ਜੋ ਅੰਦਰ ਪੈ ਗੁਣਾਂ ਦੀ ਵਰਤੋਂ ਕਰ ਰਿਹਾ ਹੈ, ਇੰਪਲੀਮੈਂਟ ਕਰ ਰਿਹਾ ਹੈ। ਸੌਂਪੇ ਜਿਸ ਭੰਡਾਰ ਦਾ ਮਤਲਬ ਜੋ ਰੱਬੀ ਗੁਣਾਂ ਦੀ
ਗੁਣਾਂ ਨੂੰ ਇੰਪਲੀਮੈਂਟ ਕਰ ਰਿਹਾ ਹੈ। ਫਿਰ ਪੁੱਛ ਨਾ ਲੀਤੀਆਂ, ਉਹਦੇ ਤੋਂ ਫਿਰ ਮਾੜੇ ਕਰਮਾਂ ਦਾ ਲੇਖਾ ਨਹੀਂ ਲਿਆ ਜਾਂਦਾ, ਕਿਉਂਕਿ ਉਹਨੇ ਮਾੜੇ ਕਰਮ ਕਰਨੇ ਹੀ ਨਹੀਂ, ਉਹਦਾ ਕੋਈ ਲੇਖਾ ਜੋਖਾ ਹੈ ਹੀ ਨਹੀਂ, ਉਹਦਾ ਕੋਈ ਹਿਸਾਬ ਕਿਤਾਬ ਹੈ ਹੀ ਨਹੀਂ, ਕਿਉਂਕਿ ਮਾੜਾ ਕਰਮ ਹੀ ਨਹੀਂ ਕੀਤਾ। ਇਸ ਲਈ ਉਹਦਾ ਫਿਰ ਲੇਖਾ ਜੋਖਾ ਮੁੱਕ ਜਾਂਦਾ ਹੈ। ਭਾਵ ਕਿ ਉਹ ਜਿੱਥੇ ਵੀ ਜਾਏਗਾ ਉਹ ਸੁਰਖਰੂ ਹੋਏਗਾ। ਜਿਸ ਨੂੰ ਲੱਗਾ ਰੰਗ ਸੇ ਰੰਗ ਰਤਿਆ। ਹੁਣ ਦੇਖੋ, ਜਿਸ ਨੂੰ ਲੱਗਾ ਰੰਗ, ਇੱਥੇ ਰੰਗ ਦੇ ਗੱਗੇ ਥੱਲੇ ਔਂਕੜ ਹੈ। ਸੇ ਰੰਗ ਰਤਿਆ, ਅਗਲੇ ਰੰਗ ਦੇ ਗੱਗੇ ਨਾਲ ਸਿਹਾਰੀ ਹੈ। ਤਾਂ ਪਹਿਲਾ ਰੰਗ ਜਿਹੜਾ ਹੈ ਉਹਦਾ ਮਤਲਬ ਹੈ ਪਿਆਰ, ਮੇਲ ਜੈਂਡਰ ਹੈ ਔਰ ਸਿੰਗੂਲਰ ਹੈ। ਦੂਜੇ ਰੰਗ ਦੇ ਗੱਗੇ ਨਾਲ ਸਿਹਾਰੀ ਦਾ ਮਤਲਬ ਰੰਗ ਵਿੱਚ, ਪਿਆਰ ਵਿੱਚ। ਕਿਉਂਕਿ ਜਿਸ ਮਨੁੱਖ ਨੂੰ ਸਿਫਤ ਸਲਾਹ ਦਾ ਇਸ਼ਕ ਲੱਗ ਗਿਆ, ਪਿਆਰ ਲੱਗ ਗਿਆ, ਸੇ ਰੰਗ ਰਤਿਆ ਦਾ ਮਤਲਬ ਫਿਰ ਉਸ ਪਿਆਰ ਦੇ ਅੰਦਰ ਰੰਗਿਆ ਜਾਂਦਾ ਹੈ। ਜਿਹਦੀ ਜ਼ਿੰਦਗੀ ਵਿੱਚ ਇੱਕ ਵਾਰੀ ਪਿਆਰ ਪੈਦਾ ਹੋ ਗਿਆ, ਫਿਰ ਉਸ ਪਿਆਰ ਦੇ ਵਿੱਚ ਸਦਾ ਵਾਸਤੇ ਰੰਗਿਆ ਜਾਂਦਾ ਹੈ। ਮੁੜ ਕੇ ਉਹ ਰੱਬੀ ਗੁਣਾਂ ਤੋਂ ਦੂਰ ਨਹੀਂ ਹੁੰਦਾ। ਉਹਦੇ ਅੰਦਰੋਂ ਰੱਬੀ ਗੁਣਾਂ ਦਾ ਪਿਆਰ, ਰੱਬੀ ਰਜ਼ਾ ਦਾ ਪਿਆਰ ਕਦੇ ਵੀ ਖਤਮ ਨਹੀਂ ਹੁੰਦਾ। ਉਹਨਾਂ ਇੱਕੋ ਨਾਮ ਆਧਾਰ, ਇੱਕਾ ਉਨ ਭੱਤਿਆ। ਭੱਤਿਆ ਦਾ ਮਤਲਬ ਹੁੰਦਾ ਹੈ ਭੱਤਾ, ਖੁਰਾਕ। ਅਸੀਂ ਕੁਛ ਨਾ ਸ਼ਬਦ ਗਵਾ ਬੈਠੇ ਹਾਂ। ਜਿਵੇਂ ਅਸੀਂ ਸਵੇਰੇ ਕਹਿੰਦੇ ਹਾਂ ਬ੍ਰੇਕਫਾਸਟ, ਜਾਂ ਅਸੀਂ ਕਹਿੰਦੇ ਹਾਂ ਨਾਸ਼ਤਾ। ਹੁਣ ਇਹ ਨਾਸ਼ਤਾ ਜਿਹੜਾ ਸ਼ਬਦ ਹੈ ਨਾ, ਇਹ ਹੈਗਾ ਹਿੰਦੀ ਦਾ। ਪੰਜਾਬੀ ਦਾ ਸ਼ਬਦ ਹੈਗਾ ਛਾਹ ਵੇਲਾ। ਤੇ ਅਸੀਂ ਛਾਹ ਵੇਲਾ ਨਹੀਂ ਕਹਿੰਦੇ ਵੀ ਛਾਹ ਵੇਲਾ ਕਰਨਾ, ਅਸੀਂ ਕਹਿੰਦੇ ਨਾਸ਼ਤਾ ਕਰਨਾ ਹੈ। ਹੁਣ ਜਦੋਂ ਛਾਹ ਵੇਲਾ ਕਹਾਂਗੇ ਤਾਂ ਸਾਡੇ ਬੱਚਿਆਂ ਨੂੰ ਪਤਾ ਨਹੀਂ ਲੱਗਣਾ, ਸਾਡੇ ਚੋਂ ਵੀ ਕਈਆਂ ਨੂੰ ਨਹੀਂ ਪਤਾ ਲੱਗਣਾ ਵੀ ਛਾਹ ਵੇਲਾ। ਦੁਪਹਿਰ ਦਾ ਭੋਜਨ, ਅਸੀਂ ਕਹਿ ਰਹੇ ਹਾਂ ਦੁਪਹਿਰ ਦਾ ਖਾਣਾ ਖਾਣਾ ਹੈ। ਹੁਣ ਦੁਪਹਿਰ ਦਾ ਖਾਣਾ ਇਹ ਹੈਗਾ ਹਿੰਦੀ ਦਾ ਸ਼ਬਦ। ਜਾਂ ਅਸੀਂ ਕੋਈ ਇੰਗਲਿਸ਼ ਦਾ ਵਰਡ ਵਰਤਾਂਗੇ ਤਾਂ ਦੁਪਹਿਰ ਦਾ ਖਾਣਾ ਉਹਨੂੰ ਕਹਿੰਦੇ ਨੇ ਭੱਤੇ ਵੇਲਾ, ਭੱਤਾ। ਜਿਵੇਂ ਬੀਬੀਆਂ ਲੈ ਕੇ ਜਾਂਦੀਆਂ ਨੇ, ਭੱਤਾ ਲੈ ਕੇ ਚੱਲੀਆਂ, ਹਲਵਾ ਦਾ ਸੀ ਬੰਦਾ ਬਾਹਰ, ਤੇ ਬੀਬੀਆਂ ਦੁਪਹਿਰ ਦਾ ਖਾਣਾ ਲੈ ਕੇ ਜਾਂਦੇ ਸੀ, ਉਹਨੂੰ ਕਹਿੰਦੇ ਸੀ ਭੱਤਾ ਵੇਲਾ। ਤੇ ਜਿਹੜਾ ਸ਼ਾਮ ਦਾ ਖਾਣਾ ਹੁੰਦਾ ਹੈ 4-5 ਵਜੇ ਤੋਂ ਬਾਅਦ, ਉਹਨੂੰ ਕਹਿੰਦੇ ਸੀ ਲੋਡੇ ਵੇਲਾ। ਤਾਂ ਇੱਥੇ ਭੱਤਿਆ ਦਾ ਮਤਲਬ ਭੱਤਾ, ਖੁਰਾਕ। ਉਹਨਾਂ ਇੱਕੋ ਨਾਮ ਆਧਾਰ, ਜੋ ਪ੍ਰਭੂ ਰੰਗ ਦੇ ਅੰਦਰ ਰੰਗੇ ਜਾਂਦੇ ਨੇ, ਉਹਨਾਂ ਦਾ ਜੀਵਨ ਕੈਸਾ ਹੈ ਕਿ ਉਹਨਾਂ ਨੇ ਪ੍ਰਭੂ ਦੇ ਹੁਕਮ ਨੂੰ ਆਪਣੇ ਜੀਵਨ ਦਾ ਬੇਸ ਬਣਾਇਆ ਹੁੰਦਾ ਹੈ। ਇੱਕ ਪ੍ਰਭੂ ਦਾ ਹੁਕਮ ਹੀ ਉਹਨਾਂ ਦਾ ਆਸਰਾ ਹੈ, ਹੋਰ ਕਿਸੇ ਚੀਜ਼ ਦਾ ਆਸਰਾ ਨਹੀਂ ਲੈਂਦੇ। ਰੱਬੀ ਗੁਣਾਂ ਦਾ ਆਸਰਾ ਲੈਂਦੇ ਨੇ। ਇੱਕਾ ਉਨ ਭੱਤਿਆ, ਔਰ ਇੱਕ ਪ੍ਰਭੂ ਦੇ ਜੋ ਗੁਣ ਨੇ ਹੈ, ਉਹੀ ਉਹਨਾਂ ਦੀ ਆਤਮਿਕ ਖੁਰਾਕ ਹੈ, ਉਹੀ ਉਹਨਾਂ ਦੀ ਮਾਨਸਿਕ ਖੁਰਾਕ ਹੈ। ਉਹ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਨੂੰ ਆਪਣੀ ਖੁਰਾਕ ਨਹੀਂ ਬਣਾਉਂਦੇ। ਇੱਕ ਰੱਬ ਦੇ ਗੁਣ ਹੀ ਉਹਨਾਂ ਦੇ ਜੀਵਨ ਦਾ ਆਧਾਰ ਨੇ, ਜੀਵਨ ਦਾ ਆਸਰਾ ਨੇ, ਔਰ ਇੱਕ ਰੱਬੀ ਗੁਣ ਹੀ ਉਹਨਾਂ ਦੀ ਆਤਮਿਕ ਖੁਰਾਕ ਹੈ। ਉਹਨਾਂ ਪਿੱਛੇ ਜਗ ਪੁੰਚੈ ਹੋ ਗਈ। ਪੁੰਚੈ ਹੋ ਗਈ, ਪੁੰਚੈ ਦਾ ਮਤਲਬ ਸਿਫਤ ਸਲਾਹ ਦੀ ਖੁਰਾਕ, ਭੋਗਈ ਦਾ ਮਤਲਬ ਖਾਂਦਾ ਹੈ। ਪੁੰਚੈ ਭੋਗਈ ਦਾ ਮਤਲਬ ਭੋਗਦਾ ਹੈ। ਅਜਿਹੇ ਬੰਦਿਆਂ ਦੇ ਪਿੱਛੇ ਦਾ ਮਤਲਬ ਐਸੇ ਬੰਦਿਆਂ ਦੇ ਪੂਰਨਿਆਂ ਤੇ ਤੁਰ ਕੇ, ਐਸੇ ਬੰਦਿਆਂ ਦੀ ਸੋਚ ਨੂੰ ਅਪਣਾ ਕੇ। ਜਗ ਪੁੰਚੈ ਭੋਗਈ ਦਾ ਮਤਲਬ ਸੰਸਾਰ ਜਿਹੜਾ ਹੈ ਉਹ ਪ੍ਰਭੂ ਦੀ ਸਿਫਤ ਸਲਾਹ ਦੀ ਖੁਰਾਕ ਮਾਣਦਾ ਹੈ। ਹੁਣ ਜਿਹੜਾ ਰੱਬੀ ਗੁਣਾਂ ਦਾ ਧਾਰਨੀ ਹੈ, ਉਹ ਜਿੱਥੇ ਵੀ ਜਾਏਗਾ ਰੱਬੀ ਗੁਣਾਂ ਦੀ ਗੱਲ ਕਰੇਗਾ, ਰੱਬੀ ਗੁਣਾਂ ਦੀ ਦਾਤ ਵੰਡੇਗਾ। ਜਿਹੜਾ ਬੰਦਾ ਇਹਨਾਂ ਦੇ ਪਿੱਛੇ ਚੱਲੇਗਾ, ਪਿੱਛੇ ਦਾ ਮਤਲਬ ਕਦਮ ਚਿੰਨ੍ਹਾਂ ਤੇ, ਪਦ ਚਿੰਨ੍ਹਾਂ ਤੇ ਚੱਲੇਗਾ, ਫੋਲੋ ਕਰੇਗਾ, ਇਹਨਾਂ ਦੀ ਆਦਤਾਂ ਨੂੰ ਅਪਣਾਏਗਾ, ਉਹ ਇਨਸਾਨ ਵੀ ਰੱਬੀ ਗੁਣਾਂ ਦੀ ਖੁਰਾਕ ਨੂੰ ਖਾਏਗਾ ਔਰ ਆਤਮਿਕ ਜੀਵਨ ਮਾਣੇਗਾ। ਉਹਨਾਂ ਪਿਆਰਾ ਰੱਬ ਉਹਨਾਂ ਹਾਂ ਜੋਗਈ। ਜੋਗਈ ਦਾ ਮਤਲਬ ਉਹਨਾਂ ਜੋਗਾ, ਉਹਨਾਂ ਦੇ ਜੋਗ, ਉਹਨਾਂ ਸਿਫਤ ਸਲਾਹ ਕਰਨ ਵਾਲਿਆਂ ਦਾ ਪਿਆਰਾ। ਤਾਂ ਉਹਨਾਂ ਨੂੰ ਰੱਬ ਇੰਨਾ ਪਿਆਰਾ ਲੱਗਦਾ ਹੈ ਕਿ ਉਹ ਸਮਝਦੇ ਨੇ ਵੀ ਰੱਬ ਸਾਡੇ ਜੋਗਾ ਹੀ, ਰੱਬ ਉਹਨਾਂ ਜੋਗਾ ਹੀ ਹੋ ਜਾਂਦਾ। ਜੋ ਰੱਬ ਜੋਗੇ ਹੋ ਗਏ, ਰੱਬ ਉਹਨਾਂ ਜੋਗਾ ਹੋ ਗਿਆ। ਮਤਲਬ ਉਹਨਾਂ ਦਾ ਰੱਬ ਦੇ ਨਾਲ ਪਿਆਰ ਬਣ ਗਿਆ, ਉਹਨਾਂ ਦੀ ਰੱਬ ਦੇ ਨਾਲ ਪ੍ਰੀਤ ਬਣ ਜਾਂਦੀ, ਰੱਬ ਦਾ ਵੀ ਪਿਆਰ ਉਹਨਾਂ ਨੂੰ ਮਿਲਦਾ ਹੈ। ਜਿਸ ਮਿਲਿਆ ਗੁਰ ਆਏ ਤਿੰਨ ਪ੍ਰਭ ਜਾਣਿਆ। ਆਏ ਦਾ ਮਤਲਬ ਆ ਕੇ,
ਤਾਂ ਜਿਨ੍ਹਾਂ ਨੂੰ ਗੁਰੂ ਆ ਕੇ ਮਿਲ ਪੈਂਦਾ ਹੈ, ਜਿਨ ਗੁਲੇ ਮਿਲਿਆ ਗੁਰ ਆਏ, ਜਿਨ੍ਹਾਂ ਨੂੰ ਗੁਰੂ ਆ ਕੇ ਮਿਲ ਪਿਆ, ਭਾਵ ਜਿਨ੍ਹਾਂ ਦੇ ਗੁਰੂ ਦੇ ਗਿਆਨ ਨੂੰ ਆਪਣੇ ਮਨ ਵਿੱਚ ਵਸਾ ਲਿਆ, ਤਿੰਨ ਪ੍ਰਭ ਜਾਣਿਆ, ਉਹਨਾਂ ਨੇ ਰੱਬ ਨੂੰ ਜਾਣਿਆ ਹੈ, ਉਹਨਾਂ ਨੇ ਰੱਬ ਦੇ ਨਾਲ ਆਪਣੀ ਜਾਣ ਪਛਾਣ ਬਣਾਈ ਹੈ। ਕਿੰਨਾਂ ਨੇ ਰੱਬ ਨੂੰ ਜਾਣਿਆ ਹੈ, ਸਮਝਿਆ ਹੈ, ਜਾਣ ਪਛਾਣ ਬਣਾਈ ਹੈ, ਸਾਂਝ ਪਾਈ ਹੈ, ਜਿਨ ਗੁਰ ਮਿਲਿਆ ਆਏ, ਜਿਨ ਮਿਲਿਆ ਗੁਰ ਆਏ, ਜਿਨ੍ਹਾਂ ਨੂੰ ਗੁਰੂ ਆ ਕੇ ਮਿਲ ਪਿਆ। ਗੁਰੂ ਆ ਕੇ ਮਿਲ ਗਿਆ ਭਾਵ ਜਿਨ੍ਹਾਂ ਦੇ ਸੋਚ ਗੁਰੂ ਦੀ ਸੋਚ ਵਿੱਚ ਮਿਲ ਗਈ, ਜਿਨ੍ਹਾਂ ਨੇ ਗੁਰੂ ਦੀ ਸੋਚ ਨੂੰ ਆਪਣੇ ਹਿਰਦੇ ਵਿੱਚ ਵਸਾ ਲਿਆ, ਜਿਨ੍ਹਾਂ ਨੇ ਆਪਣੀ ਮੱਤ ਨੂੰ ਛੱਡ ਕੇ ਗੁਰੂ ਦੀ ਮੱਤ ਦਾ ਜੋ ਧਾਰਨੀ ਬਣ ਗਿਆ, ਤਿੰਨ ਪ੍ਰਭ ਜਾਣਿਆ, ਉਹਨਾਂ ਨੇ ਰੱਬ ਨੂੰ ਜਾਣ ਲਿਆ, ਉਹਨਾਂ ਨੇ ਰੱਬ ਦੇ ਨਾਲ ਸਾਂਝ ਪਾ ਲਈ। ਹਉ ਬਲਿਹਾਰੀ ਤਿੰਨ ਜੇ ਖਸਮੈ ਭਾਣਿਆ, ਖਸਮੈ ਦਾ ਮਤਲਬ ਖਸਮ ਨੂੰ, ਪ੍ਰਭੂ ਨੂੰ, ਭਾਣਿਆਂ ਦਾ ਮਤਲਬ ਭਾਏ ਨੇ, ਚੰਗੇ ਲੱਗੇ ਨੇ। ਮੈਂ ਸਦਕੇ ਹਾਂ ਉਹਨਾਂ ਚੰਗੇ ਇਨਸਾਨਾਂ ਤੋਂ ਜੋ ਖਸਮ ਪ੍ਰਭੂ ਨੂੰ ਚੰਗੇ ਲੱਗੇ ਨੇ। ਖਸਮ ਪ੍ਰਭੂ ਨੂੰ ਕੌਣ ਚੰਗੇ ਲੱਗੇ ਨੇ? ਜੋ ਰੱਬ ਦੀ ਰਜ਼ਾ ਵਿੱਚ ਤੁਰਦੇ ਨੇ। ਤਾਂ ਗੁਰੂ ਜੀ ਕਹਿੰਦੇ ਨੇ ਮੈਂ ਐਸੇ ਇਨਸਾਨਾਂ ਤੋਂ ਕੁਰਬਾਨ ਵਾਰ ਨੇ ਸਦਕੇ ਔਰ ਬਲਿਹਾਰ ਹਾਂ, ਜੋ ਰੱਬੀ ਰਜ਼ਾ ਦੇ ਅੰਦਰ ਤੁਰਦੇ ਨੇ। ਔਰ ਜੋ ਵੀ ਰੱਬੀ ਰਜ਼ਾ ਦੇ ਅੰਦਰ ਤੁਰੇਗਾ, ਰੱਬੀ ਗੁਣਾਂ ਦਾ ਧਾਰਨੀ ਹੋਏਗਾ, ਉਹ ਇਨਸਾਨ ਹੀ ਇਸ ਦੁਨੀਆ ਦਾ ਸਭ ਤੋਂ ਮਹਾਨ ਇਨਸਾਨ ਹੋਏਗਾ। ਉਹੀ ਸੁਖੀ ਔਰ ਸ਼ਾਂਤ ਹੋਏਗਾ। ਉਹੀ ਇਨਸਾਨ ਜੀਵਨ ਦੇ ਹਰ ਖੇਤਰ ਵਿੱਚ ਕਾਮਯਾਬ ਹੋਏਗਾ ਔਰ ਉਹ ਆਪਣੇ ਜੀਵਨ ਮਨੋਰਥ ਨੂੰ ਪ੍ਰਾਪਤ ਕਰ ਲਵੇਗਾ। ਤਾਂ ਅੱਜ ਦੀ ਵਿਚਾਰ ਅਸੀਂ ਇੱਥੇ ਸਮਾਪਤ ਕਰਦੇ ਹਾਂ ਜੀ। ਅੱਜ ਦੀ ਇਸ ਵਿਚਾਰ ਵਿੱਚ ਜੇ ਕਿਸੇ ਵੀਰ ਭੈਣ ਦਾ ਕੋਈ ਛੋਟਾ ਮੋਟਾ ਸਵਾਲ ਹੈ ਤਾਂ ਸਵਾਲ ਕਰ ਸਕਦੇ ਹੋ, ਔਰ ਜੇ ਕਿਸੇ ਵੀਰ ਭੈਣ ਨੇ ਆਪਣੇ ਵਿਚਾਰ ਪੇਸ਼ ਕਰਨੇ ਨੇ ਤਾਂ ਆਪਣੇ ਵਿਚਾਰ ਪੇਸ਼ ਕਰ ਸਕਦੇ ਹੋ। ਅਨਮਿਊਟ ਹੋ ਜਾਓ। ਕਲਾਸ ਦੀ ਅਗਲੀ ਕਾਰਵਾਈ ਵੀਰ ਤਰਲੋਚਨ ਸਿੰਘ ਜੀ ਕਰ ਰਹੇ ਨੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।